बोले सोने हाल सास भी अकाल। ਜਦੋਂ ਵੀ ਅਸੀਂ ਸਿੱਖ ਇਤਿਹਾਸ ਵੱਲ ਅਸੀਂ ਦੇਖਦੇ ਹਾਂ, whenever we look into Sikh history, ਤਾਂ ਸਾਨੂੰ ਦੋ ਤਰ੍ਹਾਂ ਦੇ ਸਿੱਖਾਂ ਦੇ ਸਾਨੂੰ ਹਵਾਲੇ ਮਿਲਦੇ ਆ। ਇੱਕ ਉਹ ਜਿਨ੍ਹਾਂ ਨੇ ਖੰਡੇ ਖੜਕਾ ਕੇ ਜ਼ਾਲਮਾਂ ਨਾਲ ਆਡਾ ਲਾਉਂਦੇ ਹੋਏ, ਦੁਸ਼ਮਣਾਂ ਨਾਲ ਟਾਕਰਾਂ ਕਰਦੇ ਹੋਏ ਸ਼ਹੀਦੀਆਂ ਪਾਈਆਂ, ਜਾਂ ਜ਼ਾਲਮਾਂ ਦੇ ਭਿਆਨਕ ਤਸੀਹੇ ਸਹਿ ਕੇ ਸ਼ਹੀਦੀਆਂ ਪਾਈਆਂ। ਇੱਕ ਉਹ ਸਿੱਖ ਸਾਨੂੰ ਮਿਲਦੇ ਆ, ਤੇ ਸਾਨੂੰ ਇੱਕ ਹੋਰ ਤਰ੍ਹਾਂ ਦੇ ਵੀ ਸਿੱਖ ਮਿਲਦੇ ਆ ਜਿਨ੍ਹਾਂ ਨੇ ਆਪਣਾ ਗਿਆਨ ਖਰਗ ਵਰਤ ਕੇ, they use their sword of knowledge, ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਨੂੰ ਅੱਗੇ ਤੋਰਿਆ, ਸਿੱਖੀ ਨੂੰ ਨਵੇਂ ਪੱਧਰਾਂ ਤੇ ਰੱਖਿਆ। They took Sikhi to new heights and they proved the true way of living as a Gursikh. ਉਹ ਬਾਬੇ ਦਾ ਰੁਤਬਾ ਇੰਨਾ ਸੌਖਾ ਨਹੀਂ। ਜੇ ਬਾਬੇ ਦਾ ਰੁਤਬਾ ਇੰਨਾ ਸੌਖਾ ਹੁੰਦਾ ਤਾਂ ਦੁਨੀਆ ਦਾ ਹਰ ਬੰਦਾ ਬਾਬਾ ਹੁੰਦਾ। ਬਾਬਾ ਹੈਗਾ ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ ਵਰਗੇ ਬਾਬੇ ਆ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਾਡੇ ਬਾਬੇ ਆ। ਇਹੋ ਜਿਹੇ ਬਾਬਿਆਂ ਦੀ ਕੀ ਲੋੜ ਆ ਜਿਨ੍ਹਾਂ ਨੂੰ ਆਪ ਸਿਕਿਉਰਿਟੀਆਂ ਦੀ ਲੋੜ ਆ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਅਸੀਂ ਰੋਜ਼ ਪੜ੍ਹਦੇ ਆ, ਮੰਨਦੇ ਹੋਣਗੇ ਬਥੇਰੇ। ਗੁਰੂ ਤੁਹਾਡੇ ਨਾਲ ਤਿੰਨ ਰੂਪਾਂ ਦੇ ਵਿੱਚ ਆ। ਇੱਕ ਤੁਹਾਡੇ ਅੰਦਰ, ਇੱਕ ਦੂਜਿਆਂ ਦੇ ਅੰਦਰ, ਤੇ ਇੱਕ ਤੁਹਾਡੇ ਗਾਤਰੇ ਵੀ ਬੈਠਾ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰਤੀਰ, ਸੈਫ ਸਰੋਈ ਸੈਥੀ ਯਹ ਹਮਾਰੇ ਪੀਰ। ਇਹ ਸ਼ਾਸਤਰ ਵੀ ਸਾਡੇ ਗੁਰੂ ਆ, ਤੇ ਜਦੋਂ ਕੋਈ ਲੋੜ ਪਈ ਤਾਂ ਇਹਨਾਂ ਸ਼ਾਸਤਰਾਂ ਨੇ ਗੁਰੂ ਦਾ ਰੂਪ ਧਾਰ ਕੇ ਉਹਨਾਂ ਨੇ ਤੁਹਾਨੂੰ ਬਚਾ ਲਿਆ। ਹੱਥ ਦੇ ਵਿੱਚ ਉਹਨਾਂ ਨੇ ਗੰਡਾ ਫੜਿਆ ਹੋਇਆ ਸੀ, ਤੇ had an onion in their hand, ਤੇ ਉਹਨਾਂ ਨੇ ਉਹ ਗੰਡਾ ਇਦਾਂ ਹੱਥ ਦੇ ਵਿੱਚ ਭੰਨਿਆ। I said, ਮਾਤਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੋਈ ਆ ਤੁਹਾਡੇ ਉੱਤੇ, ਉਸ ਅਕਾਲ ਪੁਰਖ ਦੀ ਕਿਰਪਾ ਹੋਈ ਆ। ਹੁਣ ਤੁਹਾਡੇ ਘਰ ਇੱਕ ਇਹੋ ਜਿਹਾ ਸੂਰਬੀਰ ਯੋਧਾ ਜੰਮੂਗਾ, such a strong warrior, ਜਿਹੜਾ ਤੁਹਾਡੇ ਘਰ ਜੰਮੂਗਾ ਜਿਹਨੇ ਜ਼ਾਲਮਾਂ ਦੇ ਸਿਰ ਭੰਨ ਕੇ ਰੱਖ ਦੇਣੇ ਆ। ਉਹ ਗੁਰੂ ਦਾ ਦਰਬਾਰ ਐਵੇਂ ਥੋੜੀ ਆ। ਇਸ ਦਰਬਾਰ ਦੇ ਵਿੱਚ ਜਿਹੜੇ ਸੇਵਾ ਕਰਨ ਵਾਲੇ ਆ ਉਹਨਾਂ ਦਾ ਦੇਖੋ। ਇਸ ਦਰਬਾਰ ਦੇ ਵਿੱਚ ਜਿਹੜਾ ਸਿੱਖ 16 ਘੰਟੇ ਤੋਂ ਵੱਧ ਭਾਂਡਿਆਂ ਦੀ ਸੇਵਾ ਕਰਦਾ ਹੁੰਦਾ ਸੀ, ਭਾਈ ਮਨੀ ਸਿੰਘ ਜੀ 16 ਘੰਟਿਆਂ ਤੋਂ ਵੱਧ ਰੋਜ਼ ਉਹ ਭਾਂਡਿਆਂ ਦੀ ਸੇਵਾ ਕਰਦੇ ਸੀ। ਰੋਜ਼ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੇਵਾ ਕਰਨੀ ਸੀ। ਉਹ ਸਿੱਖ ਬੰਦ ਕਟਵਾ ਕੇ ਦਿਖਾਲਦਾ ਤੇ ਦੁਨੀਆ ਤੇ ਮਿਸਾਲ ਬਣ ਚੁੱਕੀ ਹੈ। ਇਸ ਦਰਬਾਰ ਦੇ ਵਿੱਚ ਜਿਹੜਾ ਸਿੱਖ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ, ਜਿਹੜਾ ਸਿੱਖ ਸੰਗਤਾਂ ਦੇ ਵਿੱਚ ਪੱਖਾ ਚਲਾਉਂਦਾ ਸੀਗਾ, ਉਹ ਸਿੱਖ ਨਵਾਬ ਬਣਿਆ। ਨਵਾਬ ਕਪੂਰ ਸਿੰਘ ਵਰਗੇ ਸਿੱਖ ਬੁੱਢਾ ਦਲ ਦੇ ਜਥੇਦਾਰ ਬਣੇ, ਸਹੀ ਬੁੱਢਾ ਦਲ ਦੇ ਜਥੇਦਾਰ ਬਣੇ। ਉਹਨਾਂ ਵਰਗੇ ਜਥੇਦਾਰ ਕੋਈ ਨਹੀਂ ਹੋ ਸਕਦਾ। ਇਸ ਦਰਬਾਰ ਦੇ ਵਿੱਚ ਅਮਰੂਨ ਥਾਵੇਂ ਨੂੰ, ਜਿਹਦਾ ਕੋਈ ਥਾਂ ਟਿਕਾਣਾ ਨਹੀਂ ਸੀਗਾ, ਕਿਸੇ ਨੂੰ ਪਤਾ ਨਹੀਂ ਸੀਗਾ ਕੌਣ ਆ, ਨਾ ਕੋਈ ਘਰ, ਨਾ ਕੋਈ ਪੈਸਾ, ਨਾ ਕੁਛ ਹੋਰ। ਉਸ ਅਮਰੂਨ ਥਾਵੇਂ ਨੂੰ ਵੀ ਗੁਰੂ ਪਦਮੀ ਦੀ ਬਖਸ਼ਿਸ਼ ਮਿਲੀ ਆ, ਤੇ ਉਹ ਅਮਰੂਨ ਥਾਵਾਂ ਫਿਰ ਬਣਿਆ ਗੁਰੂ ਅਮਰਦਾਸ ਜੀ। ਵਾਹਿਗੁਰੂ ਅੰਮ੍ਰਿਤ ਬਾਣੀ ਅੰਮ੍ਰਿਓ ਰਸ, ਅੰਮ੍ਰਿਤ ਹਰਿ ਕਾ ਨਾਉ, ਮਨ ਤਨ ਹਿਰਦੈ ਸਿਮਰ ਹਰਿ, आठ पहर गुण गाओ,
उपदेश सुनो तुम गुर सेखो, सच्चा ए है सुआओ, जन्म पदार्थ सफल होए, मन मह लाहियो भाओ, सुख सहज आनंद कणा, प्रभ जपतियां दुख जाए, नानक नाम जपत सुख उपजै, दरगह पाइयै थाओ, नानक नाम जपत सुख उपजै, दरगह पाइयै थाओ, ज्ञान ध्यान किछ कर्म ना जाना, सार ना जाना तेरी, सब ते वड्डा सतगुर नानक, जिन कल राखी मेरी, ज्ञान ध्यान किछ कर्म ना जाना, सार ना जाना तेरी, सब ते वड्डा सतगुर नानक, जिन कल राखी मेरी। धन धन ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਪਿਆਰੇ ਸਿੱਖ, ਅੱਜ ਅਸੀਂ ਇਕੱਤਰ ਹੋਏ ਹਾਂ ਉਹਨਾਂ ਹਸਤੀਆਂ ਨੂੰ ਯਾਦ ਕਰਨ ਵਾਸਤੇ, ਉਹਨਾਂ ਮਹਾਨ ਹਸਤੀਆਂ ਨੂੰ ਯਾਦ ਕਰਨ ਵਾਸਤੇ ਜਿਨ੍ਹਾਂ ਨੇ ਕੌਮ ਦੇ ਲੇਖੇ ਆਪਣੀ ਜ਼ਿੰਦਗੀ ਲਾਈ ਆ। ਸਭ ਤੋਂ ਪਹਿਲਾਂ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ, ਆਗੇ ਆਵਤ ਸਿੰਘ ਜੋ ਪਾਵੈ, ਵਾਹਿਗੁਰੂ ਜੀ ਕੀ ਫਤਿਹ ਬੁਲਾਵੈ। ਆਓ ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜਦੋਂ ਵੀ ਅਸੀਂ ਸਿੱਖ ਇਤਿਹਾਸ ਵੱਲ ਅਸੀਂ ਦੇਖਦੇ ਹਾਂ, whenever we look into Sikh history, ਤਾਂ ਸਾਨੂੰ ਦੋ ਤਰ੍ਹਾਂ ਦੇ ਸਿੱਖਾਂ ਦੇ ਸਾਨੂੰ ਹਵਾਲੇ ਮਿਲਦੇ ਆ। ਇੱਕ ਉਹ ਜਿਨ੍ਹਾਂ ਨੇ ਖੰਡੇ ਖੜਕਾ ਕੇ ਜ਼ਾਲਮਾਂ ਨਾਲ ਆਡਾ ਲਾਉਂਦੇ ਹੋਏ, ਦੁਸ਼ਮਣਾਂ ਨਾਲ ਟਾਕਰਾਂ ਕਰਦੇ ਹੋਏ ਸ਼ਹੀਦੀਆਂ ਪਾਈਆਂ, ਜਾਂ ਜ਼ਾਲਮਾਂ ਦੇ ਭਿਆਨਕ ਤਸੀਹੇ ਸਹਿ ਕੇ ਸ਼ਹੀਦੀਆਂ ਪਾਈਆਂ। ਇੱਕ ਸਾਨੂੰ ਮਿਲਦੇ ਆ, ਤੇ ਸਾਨੂੰ ਇੱਕ ਹੋਰ ਤਰ੍ਹਾਂ ਦੇ ਵੀ ਸਿੱਖ ਮਿਲਦੇ ਆ ਜਿਨ੍ਹਾਂ ਨੇ ਆਪਣਾ ਗਿਆਨ ਖਰਗ ਵਰਤ ਕੇ, they use their sword of knowledge, ਤੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਨੂੰ ਅੱਗੇ ਤੋਰਿਆ, ਸਿੱਖੀ ਨੂੰ ਨਵੇਂ ਪੱਧਰਾਂ ਤੇ ਰੱਖਿਆ। They took Sikhi to new heights and they proved the true way of living as a Gursikh. ਅੱਜ ਅਸੀਂ ਉਹ ਮਹਾਨ ਹਸਤੀ ਦਾ ਅਸੀਂ ਅੱਜ ਯਾਦ ਵਿੱਚ ਜੁੜ ਬੈਠੇ ਹਾਂ। ਧੰਨ ਧੰਨ ਬਾਬਾ ਬੁੱਢਾ ਸਾਹਿਬ ਜੀ ਦੇ, ਜਿਨ੍ਹਾਂ ਨੇ ਆਪਣੀ ਸਾਰੀ ਉਮਰ ਗੁਰੂਆਂ ਦੇ ਚਰਨਾਂ ਦੇ ਵਿੱਚ ਗੁਜ਼ਾਰਦੇ ਹੋਏ ਤੇ ਗੁਰੂਆਂ ਦਾ ਸਭ ਤੋਂ ਸਤਿਕਾਰਤਮੰਦ ਸਿੱਖ ਤੇ ਸਭ ਤੋਂ ਬੁੱਧੀ ਵਾਲਾ ਸਿੱਖ Baba Buddha ji spent so much time with the Guru Sahibans, from Dhan Dhan Sri Guru Nanak Sahib Ji all the way to Dhan Dhan Sri Guru Har Gobind Sahib Ji Maharaj. ਬੜਾ ਲੰਬਾ ਸਫ਼ਰ ਉਹਨਾਂ ਨੇ ਗੁਜ਼ਾਰਿਆ ਗੁਰੂ ਸਾਹਿਬਾਨਾਂ ਦੇ ਨਾਲ, ਪਰ ਤਾਂ ਵੀ ਉਹਨਾਂ ਦੀ ਸੋਚ, ਉਹਨਾਂ ਦੀ ਨਿਮਰਤਾ ਤੇ ਉਹਨਾਂ ਦਾ ਜੀਵਨ ਜਿਵੇਂ ਸਿੱਖ ਦਾ ਹੋਣਾ ਚਾਹੀਦਾ, ਬਿਲਕੁਲ ਉਸੇ ਤਰ੍ਹਾਂ। ਸ਼ੁਰੂ ਕਰਦੇ ਹਾਂ ਬਾਬਾ ਬੁੱਢਾ ਸਾਹਿਬ ਜੀ। ਜੇ ਅਸੀਂ ਇਤਿਹਾਸ ਵੱਲ ਦੇਖੀਏ, then the most trusted source of Baba Buddha ji's ਇਤਿਹਾਸ
is ਭਾਈ ਮਨੀ ਸਿੰਘ ਜੀ's ਸਿੱਖਾਂ ਦੀ ਭਗਤ ਮਾਲਾ। ਉਹ ਭਾਈ ਮਨੀ ਸਿੰਘ ਜਿਨ੍ਹਾਂ ਦਾ ਹੁਣ ਅਸੀਂ ਅਰਦਾਸ ਦੇ ਵਿੱਚ ਉਹਨਾਂ ਨੂੰ ਯਾਦ ਕਰਦੇ ਹਾਂ, ਜਿਨ੍ਹਾਂ ਨੇ ਬੰਦ ਕਟਵਾਏ, ਉਹ ਭਾਈ ਮਨੀ ਸਿੰਘ ਜੀ, ਉਹਨਾਂ ਦਾ ਲਿਖਿਆ ਹੋਇਆ ਸਿੱਖਾਂ ਦੀ ਭਗਤ ਮਾਲਾ। ਵੈਸੇ you can find a copy of it online as well, online ਵੀ ਤੁਹਾਨੂੰ ਮਿਲ ਜਾਂਦੇ ਆ। ਉਹਦੇ ਵਿੱਚ ਭਾਈ ਗੁਰਦਾਸ ਜੀ ਦੀਆਂ ਵਾਰਾਂ ਦੀ ਵਿਆਖਿਆ ਤੇ ਨਾਲ ਗੁਰ ਇਤਿਹਾਸ ਦੇ ਹਵਾਲੇ ਵੀ ਉਹ 'ਚ ਮਿਲਦੇ ਆ। ਉਹਦੇ ਵਿੱਚ ਭਾਈ ਮਨੀ ਸਿੰਘ ਜੀ ਲਿਖਦੇ ਆ ਕਿ ਜਦੋਂ ਬਾਬਾ ਬੁੱਢਾ ਸਾਹਿਬ ਜੀ ਦਾ ਜਨਮ ਹੋਇਆ ਤਾਂ ਘਰਦਿਆਂ ਨੇ ਉਹਨਾਂ ਦਾ ਨਾਂ ਰੱਖਿਆ ਸੀ ਭਾਈ ਬੂਰਾ। ਤੇ ਇਸ ਭਾਈ ਬੂਰੇ ਨੇ ਕਿਸਾਨਾਂ ਦੇ ਫੈਮਿਲੀ ਦੇ ਵਿੱਚ ਜਨਮ ਲਿਆ। He was born into a family of farmers. His father spent many hours in the fields, and Bhai Bura used to accompany him in the fields. He used to watch his father work very hard to earn such an honest living. ਇੱਕ ਦਿਨ ਜਦੋਂ ਭਾਈ ਬੂਰਾ ਜੀ ਦੀ ਉਮਰ 12 ਸਾਲ ਦੇ ਲਾਗੇ ਛਾਗੇ ਹੋ ਗਈ ਸੀ ਤਾਂ ਇੱਕ ਦਿਨ ਉਹ ਖੇਤਾਂ ਦੇ ਵਿੱਚ ਜਾ ਰਹੇ ਸੀ। They were on their own, they were going through the खेत्स, and when they were going through the fields, ਉਹਨਾਂ ਨੇ ਆਵਾਜ਼ਾਂ ਸੁਣੀਆਂ। They heard some noises, ਮਿੱਠੀਆਂ ਆਵਾਜ਼ਾਂ ਸੁਣੀਆਂ ਉਹਨਾਂ ਨੇ। They heard someone singing the praises of Akal Purkh, someone doing kirtan. And they started to approach the voice. ਤੇ ਜਦੋਂ ਉਹਨਾਂ ਨੇ ਅੱਗੇ ਦੇਖਿਆ, they saw 2 people sat in the middle of his fields, and they were doing kirtan underneath a tree. Who were these 2 people? Tan Sahib Sri Guru Nanak Sahib Ji Maharaj and Bhai Mardana Ji. Bhai Bura sat for a few minutes and listened to the kirtan, and he was so engrossed in the amazing anand that he was feeling, the bliss that he was feeling. And so he decided to run home to his mother. And when he ran home to his mother, it was customary in India where if you saw a sad or if you saw a gyani, you would provide them with some sort of offering. And when Bhai Bura ran home, he said to his mother that there are some sads in our खेत्स and I want to provide them with something. I want to give them some sort of daan. And his mother handed him 2 kaliyan of milk. And Bhai Bura rushed back to where Guru Nanak Sahib and Bhai Mardana Ji was sat. And when Bhai Bura Ji got there, he offered up the kaliyan milk. And he said, Guru Sahib, ek kaadya hoya dodya. This is milk that has been on the gas, that's been boiling for a very long time. And he said, ਮੇਰੀ ਮਾਂ ਕਹਿੰਦੀ ਆ ਇਹਦੇ ਨਾਲ ਦੁੱਗਣੀ ਤਾਕਤ ਮਿਲਦੀ ਆ। He said, ਤੁਸੀਂ please ਇਹਨੂੰ accept ਕਰੋ ਤੇ please ਇਹਨੂੰ ਛਕੋ। Please accept my offering and please have it. Please enjoy it. ਤੇ ਇਸ ਦੁੱਧ ਦੇ in return for this milk, ਉਸ ਭਾਈ ਬੂੜੇ ਨੂੰ ਗਿਆਨ ਨਹੀਂ ਸੀਗਾ ਕਿ ਉਸ ਦੁੱਧ ਦੇ ਵਾਸਤੇ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਨੇ ਕਿਹੜੀ ਉਹਨਾਂ ਦੀ ਖੇਡ ਰਚਾਈ ਹੋਈ ਸੀ ਕਿ ਕਿੰਨੀ ਵੱਡੀ ਉਹਨਾਂ ਤੋਂ ਸੇਵਾ ਲੈਣ ਜਾ ਰਹੇ ਸੀਗੇ। ਗੁਰੂ ਨਾਨਕ ਸਾਹਿਬ ਨੇ ਅੱਖਾਂ ਖੋਲੀਆਂ ਤੇ ਉਹਨਾਂ ਨੇ ਦੁੱਧ ਛਕਿਆ। ਦੁੱਧ ਛਕਣ ਤੋਂ ਬਾਅਦ ਭਾਈ ਬੂਰਾ asked a very strange question to Guru Nanak Sahib. He said, Guru Sahib, ਤੁਸੀਂ ਮੈਨੂੰ ਮੌਤ ਬਾਰੇ ਦੱਸੋ ਕਿ ਜੰਮਣ ਮਰਨ ਦਾ ਸਾਈਕਲ ਜਿਹੜਾ ਹੈ, ਜੰਮਣ ਮਰਨ ਦਾ ਜਿਹੜਾ 84 ਲੱਖ ਗੇੜ ਜੂਨ ਜਿਹੜਾ ਆ, ਮੈਂ ਕਿੱਦਾਂ ਇਹ ਚੋਂ ਨਿਕਲ ਸਕਦਾ। ਭਾਈ ਮਰਦਾਨਾ ਜੀ ਹੈਰਾਨ ਹੋ ਗਏ ਸੀਗੇ ਤੇ ਗੁਰੂ ਸਾਹਿਬ ਨੇ ਪੁੱਛਿਆ, ਕਾਕਾ ਤੇਰੀ ਉਮਰ ਕਿੰਨੀ ਆ? ਤਾਂ ਭਾਈ ਬੂਰਾ ਕਹਿੰਦੇ, ਮੈਂ 12 ਸਾਲ ਦਾ ਜੀ। ਤੇ ਗੁਰੂ ਸਾਹਿਬ ਕਹਿੰਦੇ, ਤੂੰ 12 ਸਾਲ ਦਾ ਆ, ਤੈਨੂੰ ਕਿਉਂ
ਇਦਾਂ ਦੀਆਂ ਗੱਲਾਂ ਤੂੰ ਕਿਉਂ ਜਾਣਨਾ ਚਾਹੁੰਦਾ? ਤੂੰ ਜ਼ਿੰਦਗੀ ਮਾਣ ਆਪਣੀ। ਤੂੰ ਹਾਲੇ ਬਹੁਤ ਛੋਟਾ ਇਹਨਾਂ ਗੱਲਾਂ ਵਾਸਤੇ, ਤੇ ਤੂੰ ਕਿਉਂ ਇਹੋ ਜਿਹੀਆਂ ਗੱਲਾਂ ਸੁਣਨਾ ਚਾਹੁੰਦਾ? ਕਿਉਂਕਿ ਅੱਜ ਕੱਲ੍ਹ ਦੇ ਜਿਹੜੇ ਨਿਆਣੇ ਆ, ਪੁਰਾਣੇ ਸਮਿਆਂ 'ਚ ਵੀ ਦੇਖ ਲਈਏ, ਨਿਆਣਿਆਂ ਦਾ ਹਮੇਸ਼ਾ ਬਚਪਨ ਹੁੰਦਾ। Kids always want to be kids. They want to learn about their toys, they want to learn about their cartoons, they want to learn about their comic books. ਉਹਨਾਂ ਨੂੰ ਉਹ ਚੀਜ਼ਾਂ ਦਾ ਚਾਹ ਹੁੰਦਾ, ਖਿਡੌਣੇ, playing games, going outside with friends. But ਭਾਈ ਬੂਰੇ ਨੂੰ ਜੰਮਣ ਮਰਨ ਦਾ ਸਾਈਕਲ ਬਾਰੇ ਉਹਨਾਂ ਨੂੰ ਜਾਣਕਾਰੀ ਚਾਹੀਦੀ ਸੀ। They wanted to know. ਉਹ ਕਹਿੰਦੇ ਸੀ ਮੈਨੂੰ ਉਸ ਪਰਮਾਤਮਾ ਦੇ ਦਰਗਾਹ ਬਾਰੇ ਦੱਸੋ। And ਭਾਈ ਬੂਰਾ ਜੀ said to Guru Nanak Sahib, he said, Guru ji, ਜਦੋਂ ਮੈਂ, he said a few weeks ago, me and my father were working in the fields. The Pathan Faujdaar, Mughal Faujdaar, they came into our fields, they trampled all our crops, they cut down all our crops, whether they were ripe or unripe, and they took them anyway. And they took everything, all the hard work that my father did, and I was sat there in shock and awe, and my father could not do anything to help. He could not do anything to stop them. And he said, "Oh Sameton," he said, when that Ghatna happened, when that incident happened, since then, in my mind, I felt like I lost a part of myself, and in my mind, questions have been going through my head that if they could take our beaches that easily, next day they could take our lives that easily. So I don't know when my time could come. I don't know when my time might run out. So I want to know before I leave this world how I can get to the next. How I can successfully get to Akal Purkh Waheguru without any problem. ਤੇ ਉਸ ਵੇਲੇ ਫਿਰ ਗੁਰੂ ਨਾਨਕ ਸਾਹਿਬ ਨੇ ਮੁਸਕਰਾ ਕੇ ਉਹਨਾਂ ਨੇ ਕਿਹਾ ਕਿ ਕਾਕਾ ਤੇਰਾ ਨਾਂ ਬੂਰਾ ਨਹੀਂ ਹੋਣਾ ਚਾਹੀਦਾ, ਤੇਰਾ ਨਾਂ ਬੁੱਢਾ ਹੋਣਾ ਚਾਹੀਦਾ। ਬੁੱਢਾ, obviously now we associate it with elders, but Buddha, the arth of Buddha, the Persian arth of Buddha comes from buddhi, this idea of having gyan. Buddha refers to that person who has a lot of gyan, that person who has the supreme gyan, a very, very wise person. ਉਸ ਭਾਈ ਬੁੱਢੇ ਨੂੰ ਫਿਰ ਗੁਰੂ ਨਾਨਕ ਸਾਹਿਬ ਨੇ ਇਹੋ ਜੀ ਦਾਤ ਬਖਸ਼ੀ ਉਹਨਾਂ ਨੂੰ। ਜਦੋਂ ਉਹਨਾਂ ਨੇ ਹੱਥ ਰੱਖਿਆ ਉਹਦੇ ਸੀਸ ਤੇ, ਤਾਂ ਇਹੋ ਜਿਹਾ ਉਹਨਾਂ ਨੇ ਡੈਸਟਨੀ ਲਿਖਤੀ ਸੀ ਉਹਨਾਂ ਵਾਸਤੇ ਕਿ ਉਹਨਾਂ ਨੇ ਸਿੱਖ ਕੌਮ ਲਈ ਇੰਨਾ ਵੱਡਾ ਉਹਨਾਂ ਨੇ ਕੰਮ ਕਰਨਾ, ਇੰਨੀ ਵੱਡੀ ਉਹਨਾਂ ਨੇ ਸੇਵਾ ਕਰਨੀ ਹੈ। At the age of 16, Bhai Bura was married. However, that didn't stop him from continuing down the path that he wanted to continue down on, staying in the Sangat of Guru Nanak Sahib. When Guru Nanak Sahib was in Kartarpur, kai itihaaskar likhde a that even in the times of Bhai Lehna Ji, when Bhai Lehna Ji was around doing seva for Guru Nanak Sahib, then he used to consult Bhai Buddha Ji as well. Bhai Buddha Ji spent a very, very long time in Guru Nanak Sahib's charan, understanding the Bani that they used to preach. Understanding ki so dar keha, so kar keha, jitbeh sarb samale. What is that door really like? Keho ja o dargah a ਜਿੱਥੇ ਬਹਿ ਕੇ ਉਹ ਅਕਾਲ ਪੁਰਖ ਜਿਹੜਾ ਸਾਰੀਆਂ ਚੀਜ਼ਾਂ ਨੂੰ ਸੰਭਾਲਦਾ ਆ, ਉਹ ਕਿਹੋ ਜਿਹਾ ਦਰਗਾਹ ਹੁਣ। ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ in Kartarpur, when they spent their time doing kheti, Bhai Bura used to stay alongside them as well. When Bhai Buddha Ji then started to really take a hold of the Sikh way of life and the Sikh knowledge that Guru Nanak Sahib started to bestow on them, it came to the time where Guru Nanak Sahib had decided to pass on the Guru Gaddi to someone else. And Guru Nanak Sahib passed on the Guru Gaddi to Bhai Lehna Ji.
Bhai Buddha Ji was asked to then tie their dastar and do the Gurgaddi Rasam. And once the Rasam had been completed, once the soul had been transferred, then Guru Nanak Sahib bowed down to Guru Angad Sahib Ji, and Guru Nanak Sahib also bowed down to Baba Buddha Ji in respect for that he was the one who would pass on the Guru Gaddi to other people, and he would be the master of ceremonies, that person who carry out the Karaj Bihar in the first place. When Guru Nanak Sahib left this world, Guru Angad Sahib Ji decided to go back to Khadur and establish it into a center of excellence, into Khadur Sahib, into what we see now. When we go to Khadur Sahib, we see this beautiful city. And when Guru Angad Sahib Ji went back to Khadur, they decided to go into tapasya, and they said that they wanted to do tapasya in solitude without anyone disturbing them. So they told their aunt Mata Virai Ji that I'm going to stay in this poram, I'm going to stay in this ashram, and I don't want anyone coming inside, and I want you to ensure that no one knows that I am here, and you must not tell anyone that I am here. So Guru Angad Sahib Ji went into tap, and they started doing Naam Simran. Kardiyan kardiyan 6 mahine beet gaye si. The Sikh Sangat started to become confused. They were wondering where Guru Sahib was. Unhan de darshan nahi ho pa rahe si, and they were looking around, they were searching for who the Guru was. Kithe gaye Guru Sahib? And then one of the Sikhs in the Sangat, he said, we know there might be one person who can help us. And he says that there was a Baba Buddha that was in the Darbar of Guru Nanak, and when Guru Nanak Sahib Ji passed on the Gurgaddi to Bhai Lehna Ji, he also said that Baba Buddha Ji would have the taqat, he would be granted the bakshish of being able to locate the Guru no matter where he was. So he said, let's go to Baba Buddha Ji and maybe he can help us. So the Sikhs got together and they went over to Baba Buddha Ji. And when they went to Baba Buddha Ji, they explained the situation. Baba Buddha Ji says that don't worry, let's start doing Simran and we will go towards where Guru Sahib is. Baba Buddha Ji went towards Khadur and he stopped right outside Mata Virai Ji's house, the ashram where Tan Sahib Sri Guru Angad Sahib Ji Maharaj was doing tapasya in. And when he asked Mata Virai Ji that where is Guru Angad Sahib Ji, she stayed true to her words, true to the hukam that Guru Angad Sahib Ji gave her, and she said that I don't know. So what did Baba Buddha Ji do? ਗੁਰਬਾਣੀ ਦੇ ਵਿੱਚ ਹਵਾਲੇ ਮਿਲਦੇ ਆ ਕਿ ਗੁਰੂ ਸਿੱਖ ਗੁਰੂ ਹੈ, ਇੱਕੋ ਗੁਰੂ ਉਪਦੇਸ਼ ਚਲਾਏ, that the Guru is a Sikh and the Sikh is the Guru, and it's the one upadesh that has come from Akal Purkh. Prabh Neru te Nera, Prabh Akal Purkh is very, very close to you. He's not that difficult to find. And Baba Buddha Ji used that surat, they used the gyan from Guru Nanak Sahib's Bani. And what did they started doing? They sat outside and they started doing Kirtan. Shabd gaye Guru Nanak Sahib Ji de. Shabd gaundiyan sangat jiri sigi aale dwale de ਉਹ ਵੀ ਇਕੱਠੀ ਹੋ ਗਈ. They sat down outside the ashram where Guru Angad Sahib Ji was, and they started all doing Kirtan together. And when that happened, Guru Angad Sahib Ji heard the pyar, the satkar that the Sikh Sangat had, and he came outside. Baba Buddha Ji ne hath jod ke nimrata dikhai. He said, Guru Sahib, das vaste upadesh kiya, hukam kiya.
ਐਂਡ ਗੁਰੂ ਅੰਗਦ ਸਾਹਿਬ ਜੀ ਫਿਰ ਉਹਨਾਂ ਨੇ ਬਾਣੀ ਉਚਾਰੀ and their reply is in ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਰਾਗ ਮਾਝ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ ਨੇ ਸ਼ਬਦ ਉਚਾਰਿਆ and they said ਤਿੰਨ ਕੋ ਕਿਆ ਉਪਦੇਸੀ ਹੈ ਜਿਨ ਗੁਰੂ ਨਾਨਕ ਦਿਓ। That who, how can I provide an order, how can I provide a hukum to that person ਜਿਹੜਾ ਗੁਰੂ ਨਾਨਕ ਸਾਹਿਬ ਦਾ ਸਿੱਖ ਆ। He said ਕੌਣ ਉਪਦੇਸ਼ ਉਹਨਾਂ ਨੂੰ ਕਰ ਸਕਦਾ, ਸਿਰਫ ਤਾਂ ਸਿਰਫ ਉਹ ਅਕਾਲ ਪੁਰਖ ਵਾਹਿਗੁਰੂ। From that day on, ਧੰਨ ਧੰਨ ਸਾਹਿਬ ਸ੍ਰੀ ਗੁਰੂ ਅੰਗਦ ਸਾਹਿਬ ਜੀ ਮਹਾਰਾਜ started the formal teaching of Gurmukhi, ਜਿਹੜੀ ਅਸੀਂ ਲਿਪੀ ਅੱਜ ਕੱਲ੍ਹ ਬੋਲਦੇ ਹਾਂ, this language that we've learned, that we should be learning. And Baba Buddha Ji became the first teacher of this Gurmukhi script, and he started to teach the Sikh Sangat how to read Bani, how to write Gurmukhi, how to understand the language. But as well as that, often Guru Angad Sahib Ji would go for long periods of time to do tap, to do seva, to do simran. And Baba Buddha Ji became the person who ran things. So he would go around doing prachar, bringing Sikhs in, settling masale, all due to Gurmat. Everything was based on Gurmat. The Mal Akhade that Tan Tan Sri Guru Angad Sahib Ji Maharaj started, those Mal Akhade, ਉਹਨਾਂ ਮੱਲ ਅਖਾੜਿਆਂ ਨੂੰ ਧੰਨ ਬਾਬਾ ਬੁੱਢਾ ਸਾਹਿਬ ਜੀ ਨੇ ਚਲਾਏ। He ran those ਮੱਲ ਅਖਾੜੇ। He used to teach ਆਪਣੀ ਬਿਰਧ ਉਮਰ ਦੇ ਵਿੱਚ ਉਹ ਨੌਜਵਾਨਾਂ ਨੂੰ ਸਿਖਾਉਂਦੇ ਸੀਗੇ ਕਿ ਕਿੱਦਾਂ ਤੁਸੀਂ ਬਿਨਾਂ ਹਥਿਆਰਾਂ ਤੋਂ ਤੁਸੀਂ ਲੜਾਈ ਕਰਨੀ ਹੈ। How do you fight? ਉਹ ਗੁਰੂ ਮੇਰਾ ਰਖਵਾਲਾ ਆ, ਹਮੇਸ਼ਾ ਹੀ ਆ। ਅੱਗੇ ਜਾਈਏ ਇਤਿਹਾਸ ਦੇ ਵਿੱਚ ਤਾਂ ਜਦੋਂ ਗੁਰੂ ਅਮਰਦਾਸ ਜੀ ਮਹਾਰਾਜ ਨੇ ਗੁਰੂ ਅਮਰਦਾਸ ਜੀ ਮਹਾਰਾਜ ਨੂੰ ਭਾਈ ਦਾਤੂ ਜੀ ਨੇ ਲੱਤ ਮਾਰੀ ਸੀ, and he said that you are not the guru, he said you have no right to be the guru, then Guru Amardas ji left Govindwal Sahib and they went to the village of Barsake. ਉੱਥੇ ਜਾ ਕੇ ਉਹਨਾਂ ਨੇ ਭੋਰੇ ਦੇ ਵਿੱਚ ਆਸ਼ਰਮ ਦੇ ਵਿੱਚ ਉਹਨਾਂ ਨੇ ਆਪਣੇ ਆਪ ਨੂੰ ਬੰਦ ਕਰਤਾ ਸੀ, and they put a sign outside the door and they started doing tap inside, and they put a sign outside the door and they said that anyone who enters through the door, any person who tries to enter, tries to disturb me and comes through the door, they are not the Sikh of the Guru. ਤਾਂ ਜਦੋਂ ਇਸ ਖਬਰ, when this news came to Baba Buddha Ji, then Baba Buddha Ji took a lot of sangat with them and they went towards Barsake. And when they got to that door, Sachi ode bar ਉਹਨਾਂ ਨੇ sign ਲਾਇਆ ਹੋਇਆ ਸੀ. There was a sign outside that said that if you enter through the door, then you are not the Sikh of the Guru. सगल द्वार को छाड़ के गए हो तुहारो द्वार, बाहें गहे की लाज अस गोबिंदास द्वार। बाबा बुड्ढा जी ने उत्थे फिर अरदास कीती, हथ जोड़े अरदास करके उन्होंने ने फिर आग्ञा मंगी उस अकाल पुरख वाहिगुरू तू कि तुसी आप जी मैनू बुद्धि बख्शो, प्लीज गिव मी सम ज्ञान, गिव मी सम नॉलेज, हाउ कैन आई allow the Sikh Sangat to do darshan of the Guru if I cannot enter through the door. ਤਾਂ ਉਸ ਵੇਲੇ ਅਕਾਲ ਪੁਰਖ ਨੇ ਵੀ ਕਿਰਪਾ ਕਰਤੀ ਸੀ। ਬਾਬਾ ਬੁੱਢਾ ਜੀ went towards the back of the pora and he made a hole in the back of the room. He made a big hole in another door in the back and he went through that door and he matha tek to Guru Amardas Ji Maharaj. He said, Guru Sahib, you said I'm not allowed to enter through that door, but that doesn't mean I can't make my own rasta and come in through another way. Ehi Guru Sahib di Sikhi a, you can come from any way, but Guru Sikhi da ekko hi marg gaya, Sant Sipahi da root. ਅੱਗੇ ਜਾਈਏ ਧੰਨ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਸਾਡੇ ਪੰਜਵੇਂ ਗੁਰੂ ਜਦੋਂ ਆਦਿ ਗ੍ਰੰਥ ਸਾਹਿਬ ਦੀ ਭੀੜ ਤਿਆਰ ਹੋ ਚੁੱਕੀ ਸੀ, ਭਾਈ ਗੁਰਦਾਸ ਜੀ ਨੇ
ਗੁਰੂ ਸਾਹਿਬ ਨਾਲ ਬਹਿ ਕੇ ਬਾਣੀ ਲਿਖੀ, ਆਦਿ ਗ੍ਰੰਥ ਸਾਹਿਬ ਦੀ ਬੀੜ ਤਿਆਰ ਹੋਈ, ਤਾਂ ਫਿਰ ਹੁਕਮ ਜਾਰੀ ਹੋਇਆ ਕਿ ਪਹਿਲਾ ਪ੍ਰਕਾਸ਼ ਤੇ ਬਾਬਾ ਬੁੱਢਾ ਜੀ ਨੇ ਉਸ ਪਹਿਲਾ ਪ੍ਰਕਾਸ਼ ਦੀ ਸੇਵਾ ਸਾਂਭਣੀ ਆ, ਤੇ ਉਹਨਾਂ ਨੇ ਸਭ ਤੋਂ ਪਹਿਲਾ ਜਿਹੜਾ ਹੁਕਮ ਹੋਊਗਾ ਉਹ ਚੋ ਲੈਣਗੇ, ਹੁਕਮਨਾਮਾ ਸਾਹਿਬ। There's plenty of paintings. You can have a look at all these paintings, Itihasic paintings, where you will see Baba Buddha Ji is the one that's carrying the Aad Granth Saroop, and Guru Arjan Dev Ji Maharaj is at the back doing Chaur Sahib di seva. Prakash hoya Sachkhand Shri Darbar Sahib de vich, te hukamnama aaya santa ke karaj aap khloya, har kam karavan aaya Ram। ਜਿੱਥੇ ਦੁਨੀਆ ਦੀ ਤਾਕਤ ਮੁੱਕ ਜਾਂਦੀ ਆ, ਉੱਥੇ ਫਿਰ ਉਹ ਅਕਾਲ ਪੁਰਖ ਵਾਹਿਗੁਰੂ ਤਾਕਤ ਸਾਂਭਦਾ, ਤੇ ਉਸ ਅਕਾਲ ਪੁਰਖ ਵਾਹਿਗੁਰੂ ਨੇ ਸਿੱਖਾਂ ਨੂੰ ਫੇਰ ਰੱਖ ਲਿਆ। ਅੱਜ ਕੱਲ ਬੜੇ ਤੁਰੇ ਫਿਰਦੇ ਆ ਜਿਹੜੇ ਕਹਿੰਦੇ ਸੀ ਅਸੀਂ ਸਿੱਖ ਆ, ਅਸੀਂ ਪੱਗ ਬੰਨਦੇ ਆ, ਅਸੀਂ ਵੱਡੇ ਸਿੱਖ ਆ, ਅਸੀਂ ਦਮਾਲੇ ਬੰਨਦੇ ਆ, ਅਸੀਂ ਬਾਣੇ ਪਾਉਂਦੇ ਆ, ਇਦਾਂ ਦੇ ਬਹੁਤ ਤੁਰੇ ਫਿਰਦੇ ਆ। ਪਰ ਕੌਣ ਅੱਜ ਕੌਮ ਨਾਲ ਖੜਾ ਆ ਤੇ ਕੌਣ ਧੜਿਆਂ ਨਾਲ ਖੜਾ ਹੈ? Who's standing with the cults? Who's standing with the Panth? Who's standing with Jathebandis? Who's standing with the Panth? One Jathebandi is not the Panth. Two Jathebandis is not the Panth. ਸਾਰੇ ਜਥੇਬੰਦੀਆਂ ਨੂੰ ਇਕੱਠੇ ਹੋ ਕੇ ਫਿਰ ਪੰਥ ਬਣਦਾ, ਸਾਰੇ ਸਿੱਖਾਂ ਨੂੰ ਇਕੱਠੇ ਕਰਕੇ ਫਿਰ ਪੰਥ ਬਣਦਾ। ਉਹ ਸਿਰਮੌਰ ਪੰਥ ਦੇ ਹੋਣੇ ਚਾਹੀਦੇ ਆ, ਉਹ ਸ਼੍ਰੋਮਣੀ ਪੰਥ ਆ, ਇਦਾਂ ਦਾ ਪੰਥ ਨਹੀਂ ਹੁਣ ਜਿਹੜਾ ਅੱਜ ਕੱਲ ਆ, ਇਦਾਂ ਦੇ ਬਾਬੇ ਨਹੀਂ ਜਿਹੜੇ ਅੱਜ ਕੱਲ ਆ ਵੱਡੀਆਂ ਵੱਡੀਆਂ ਗੱਡੀ ਲਈ ਫਿਰਦੇ ਆ। ਸਾਡੇ ਬਾਬਿਆਂ ਦਾ ਅੱਜ ਕੱਲ ਇਹ ਹਾਲ ਆ, ਅੱਧਾ ਘੰਟਾ 2 ਘੰਟੇ ਕੀਰਤਨ ਕਰ ਲੈਂਦੇ ਆ ਤੇ ਉਹਨਾਂ ਨੂੰ ਬਾਬਾ ਬਣਾ ਦਿੰਦੇ ਆ। ਭਾਵੇਂ ਬੁੱਧੀ ਹੋਵੇ ਭਾਵੇਂ ਨਹੀਂ, ਉਹ ਬਾਬੇ ਦਾ ਰੁਤਬਾ ਇੰਨਾ ਸੌਖਾ ਨਹੀਂ। ਜੇ ਬਾਬੇ ਦਾ ਰੁਤਬਾ ਇੰਨਾ ਸੌਖਾ ਹੁੰਦਾ ਤਾਂ ਦੁਨੀਆ ਦਾ ਹਰ ਬੰਦਾ ਬਾਬਾ ਹੁੰਦਾ। ਬਾਬਾ ਹੈਗਾ ਬਾਬਾ ਬੁੱਢਾ ਜੀ, ਬਾਬਾ ਦੀਪ ਸਿੰਘ ਜੀ ਵਰਗੇ ਬਾਬੇ ਆ, ਬਾਬਾ ਬੰਦਾ ਸਿੰਘ ਬਹਾਦਰ ਵਰਗੇ ਸਾਡੇ ਬਾਬੇ ਆ। ਇਹੋ ਜਿਹੇ ਬਾਬਿਆਂ ਦੀ ਕੀ ਲੋੜ ਆ ਜਿਨ੍ਹਾਂ ਨੂੰ ਆਪ ਸਿਕਿਉਰਿਟੀਆਂ ਦੀ ਲੋੜ ਆ? ਸਿੱਖ ਨੂੰ ਸਿਕਿਉਰਿਟੀ ਦੀ ਲੋੜ ਨਹੀਂ। ਜੇ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਸਿੱਖ ਆ ਤੁਸੀਂ, ਤਾਂ ਫਿਰ ਤੁਹਾਨੂੰ ਸਿਕਿਉਰਿਟੀਆਂ ਦੀ ਲੋੜ ਨਹੀਂ, ਤੁਹਾਨੂੰ ਬੰਦੂਕਾਂ ਦੀ ਲੋੜ ਨਹੀਂ, ਤੁਹਾਨੂੰ ਸਿਕਿਉਰਿਟੀ ਗਾਰਡਾਂ ਦੀ ਲੋੜ ਨਹੀਂ, ਤੁਹਾਨੂੰ ਪੁਲਿਸ ਵਾਲਿਆਂ ਦੀ ਲੋੜ ਨਹੀਂ। ਗੁਰ ਮੇਰਾ ਸੰਗ ਸਦਾ ਹੈ ਨਾਲੇ, ਸਿਮਰ ਸਿਮਰ ਤੇ ਸਦਾ ਸੰਭਾਲੇ। ਅਸੀਂ ਰੋਜ਼ ਪੜ੍ਹਦੇ ਆ, ਮੰਨਦੇ ਹੋਣਗੇ ਬਥੇਰੇ। ਗੁਰੂ ਤੁਹਾਡੇ ਨਾਲ 3 ਰੂਪਾਂ ਦੇ ਵਿੱਚ ਆ, ਇੱਕ ਤੁਹਾਡੇ ਅੰਦਰ, ਇੱਕ ਦੂਜਿਆਂ ਦੇ ਅੰਦਰ, ਤੇ ਇੱਕ ਤੁਹਾਡੇ ਗਾਤਰੇ ਵੀ ਬੈਠਾ। ਅਸ ਕਿਰਪਾਨ ਖੰਡੋ ਖੜਗ ਤੁਬਕ ਤਬਰ ਅਰ ਤੀਰ, ਸੈਫ ਸਰੋਈ ਸੈਥੀ ਯਹ ਹਮਾਰੇ ਪੀਰ। ਇਹ ਸ਼ਾਸਤਰ ਵੀ ਸਾਡੇ ਗੁਰੂ ਆ, ਤੇ ਜਦੋਂ ਕੋਈ ਲੋੜ ਪਈ ਤਾਂ ਇਹਨਾਂ ਸ਼ਾਸਤਰਾਂ ਨੇ ਗੁਰੂ ਦਾ ਰੂਪ ਧਾਰ ਕੇ ਉਹਨਾਂ ਨੇ ਤੁਹਾਨੂੰ ਬਚਾ ਲੈਣਾ। ਕਦੇ ਭੁਲੇਖਿਆਂ ਵਿੱਚ ਨਹੀਂ ਪੈਣਾ। ਜਿਹੜਾ ਵੀ ਬਾਬਾ ਅੱਜ ਕੱਲ ਵੱਡੀਆਂ ਵੱਡੀਆਂ ਗੱਡੀਆਂ ਤੇ ਜਾ ਸਕਦਾ, ਜਿਹੜਾ ਬਾਬਾ ਵੱਡੀਆਂ ਵੱਡੀਆਂ ਸਿਕਿਉਰਿਟੀ ਫੋਰਸਾਂ ਨਾਲ ਲੈ ਕੇ ਘੁੰਮਦਾ, 에ਅਰਪੋਰਟ ਸਟਾਈਲ ਸਿਕਿਉਰਿਟੀ ਜਿਹਨਾਂ ਦੇ ਡੇਰਿਆਂ ਤੇ ਆ, ਉਹ ਬਾਬੇ ਨਹੀਂ, ਉਹ ਚੋਰ ਡਾਕੂ ਲੁਟੇਰੇ ਆ। ਉਹ ਭਾਈ ਲਾਲੋ ਨਾਲ ਨਹੀਂ ਖੜੇ, ਉਹ ਮਾਲਕ ਭਾਗੋ ਨਾਲ ਖੜੇ ਆ। ਉਹਨਾਂ ਨੂੰ ਪੈਸਿਆਂ ਦੇ ਲਾਲਚ ਆ, ਉਹ ਗੱਲ ਲੱਗ ਗਿਆ। ਸਾਨੂੰ ਇਦਾਂ ਦੀ ਜਿਹੜੀਆਂ ਚੀਜ਼ਾਂ ਖਾਲਸਾ ਜੀ ਸੋਚਣਾ ਚਾਹੀਦਾ ਕਿ ਸਾਡੇ ਪੰਥ ਦੇ ਵਿੱਚ ਇਹ ਸਾਡੀ ਵੀ ਗਲਤੀ ਆ ਕਿ ਅਸੀਂ ਸਾਰਿਆਂ ਨੂੰ ਬਾਬੇ ਬਣਾ ਦਿੰਦੇ ਆ, ਸਾਰਿਆਂ ਨੂੰ ਅਸੀਂ ਮੱਥਾ ਟੇਕਣ ਲੱਗ ਪੈਂਦੇ ਆ। ਮੱਥਾ ਸਿਰਫ ਗੁਰੂ ਗ੍ਰੰਥ ਸਾਹਿਬ ਦੇ ਅੱਗੇ ਝੁਕਣਾ ਚਾਹੀਦਾ। ਜੇ ਮੱਥਾ ਤੁਹਾਡਾ ਕਿਸੇ ਹੋਰ ਝੁਕਦਾ, ਫਿਰ ਤੁਸੀਂ ਗੁਰੂ ਦੇ ਸਿੱਖ ਨਹੀਂ।
ਫਿਰ ਤੁਸੀਂ ਸਿੱਖ ਹੀ ਨਹੀਂ, ਫਿਰ ਤੁਸੀਂ ਕਿਸੇ ਹੋਰ ਪੰਥ ਨੂੰ ਹੀ ਮੰਨਦੇ ਆ। ਫਿਰ ਅੱਗੇ ਜਾਈਏ ਇਤਿਹਾਸ ਦੇ ਵਿੱਚ ਤਾਂ ਜਦੋਂ ਮਾਤਾ ਗੰਗਾ ਜੀ, when she wanted a child, the wife of Guru Arjan Dev Ji wanted a child, and she did beintiyan to Guru Arjan Dev Ji. Guru Arjan Sahib Ji said to her that it's not my job, it's not my place to interfere with what Akal Purkh wants to do. He said, मैं Akal Purkh दे हुक्म विच रहूंगा, पर there is one person who might be able to do an ardas for you. He said, go to Baba Buddha Ji, and Baba Buddha Ji will listen to your ardas, he will do your ardas, ਤੇ ਉਸ ਦਰਗਾਹ ਦੇ ਵਿੱਚ ਉਹਨਾਂ ਦੀ ਜਿਹੜੀ ਅਰਦਾਸ ਆ ਕਦੇ ਵਿਅਰਥ ਨਹੀਂ ਜਾਵੇਗੀ। Mata Ganga Ji went dressed up in fancy clothing along with an entourage of people, an entourage of Sangat. They went in gadde, they went with taking very, very expensive khane and langar and bistre. And when they got to the door, Baba Buddha Ji, kai itihaaskar likhde a that Baba Buddha Ji didn't even open the door. Kai itihaaskar likhde a that when Baba Buddha Ji, when Mata Ganga Ji went inside, then Baba Buddha Ji completely disregarded what she had to say. He completely ignored her. He didn't have the langar. He didn't say anything. He told her to leave. Mata Ganga Ji came home disheartened, discouraged. When Guru Arjan Sahib Ji asked her, he said, why are you discouraged? She said that I went to Baba Buddha Ji, I took all this fancy stuff with me, but yeah, he didn't listen to me. Is that, did I do something wrong? Did I do something to offend him? And Guru Arjan Sahib Ji said to her, he said that ਜਿਹੜੇ ਮਹਾਪੁਰਖ ਆ, ਜਿਹੜੇ ਬ੍ਰਹਮ ਗਿਆਨੀ ਆ, ਉਹਨਾਂ ਨੂੰ ਦੁਨਿਆਵੀ ਚੀਜ਼ਾਂ ਦੀ ਲੋੜ ਨਹੀਂ, ਉਹਨਾਂ ਨੂੰ ਗੱਡੀਆਂ ਦੀ ਲੋੜ ਨਹੀਂ, ਉਹਨਾਂ ਨੂੰ ਟਾਸਕ ਫੋਰਸਾਂ ਦੀ ਲੋੜ ਨਹੀਂ, ਉਹਨਾਂ ਨੂੰ ਖਾਣੇ ਪੀਣੇ ਬਸਤਰਾਂ ਦੀ ਲੋੜ ਨਹੀਂ, ਉਹਨਾਂ ਨੂੰ ਉਹ ਸਿੰਪਲ ਜ਼ਿੰਦਗੀ ਜਿਉਂਦੇ ਆ ਤੇ ਉਸ ਪਰਮਾਤਮਾ ਦੇ ਵਿੱਚ ਉਹ ਲੀਨ ਰਹਿੰਦੇ ਆ। He said, next time go nangi peri, go on your own. You don't need to take a bunch of people with you. ਤੁਹਾਡੀ ਅਰਦਾਸ ਹੈ, ਤੁਸੀਂ ਖੁਦ ਜਾਓ। Go on your own. Go there, take simple langar, and Baba Buddha Ji will accept your ardas. The moment Mata Ganga Ji decided to go again, the very next day, when she entered Baba Buddha Ji's sthan, then Baba Buddha Ji ne khushi khushi langar ਛਕਿਆ, ਆਵਾਜ਼ਾਂ ਮਾਰੀਆਂ ਮਾਤਾ ਜੀ ਨੂੰ। ਅੱਜ ਕੱਲ we've turned the Gurdwara into some sort of social sthan. We've turned it into some sort of community center, into a fashion show। ਅੱਜ ਕੱਲ ਤਾਂ ਗੁਰਦੁਆਰੇ ਨੂੰ ਜਦੋਂ ਜਾਣਾ, ਐਨ ਤਿਆਰ ਬਰ ਤਿਆਰ ਹੋ ਕੇ, ਬਾਣੇ ਪਾ ਕੇ, you know, dressed up in really, really fancy suits, ਸ਼ਸਤਰ ਲਾ ਕੇ ਦਮਾਲਿਆਂ 'ਚ, you know, ਬਾਣਿਆਂ ਤੇ ਵੱਡੇ ਵੱਡੇ ਤਲਵਾਰਾਂ ਲਾ ਕੇ ਅਸੀਂ ਜਾਂਦੇ ਹਾਂ ਗੁਰੂ ਸਾਹਿਬ ਨੂੰ ਮਿਲਣ ਵਾਸਤੇ। ਪਰ ਜਿਹੜੀ ਉਹ ਤਲਵਾਰਾਂ ਨਾਲ ਜਿਹੜੀ ਮਰਿਆਦਾ ਆ, ਜਿਹੜੇ ਤਲਵਾਰਾਂ ਨਾਲ ਉਹ ਰਿਸਪੌਂਸਿਬਿਲਿਟੀ ਤੁਹਾਨੂੰ ਬਣਦੀ ਆ, ਉਹ ਕਿੱਥੇ ਗਈ? ਗੁਰਦੁਆਰੇ ਜਾ ਕੇ ਇੰਨੇ ਫੈਂਸੀ ਸੂਟਾਂ ਪਾ ਕੇ, ਇੰਨੇ ਫੈਂਸੀ ਮੇਕਅਪ ਕਰਕੇ, ਹੋਰ ਇਦਾਂ ਦੇ ਕੰਮ ਕਰਕੇ ਕਿਹੜੇ ਗੁਰੂ ਨੂੰ ਤੁਸੀਂ ਇੰਪ੍ਰੈਸ ਕਰਨ ਚੱਲੇ ਆ? He's not the chute pakhandi sads that are in India at the moment that get impressed with that kind of stuff. Gur Parmeshwar Ekko Jan, the Guru and Akal Purkh is one. Akal Purkh isn't happy with things like that. What is the true definition of a Sikh? Gur Satgur ka jo Sikh khaye so pal ke uthar naam te aaye. O Sikh ya Guru Sahib da, jehड़ा ਸਵੇਰੇ ਉੱਠ ਕੇ ਬਾਣੀ ਪੜਦਾ। ਰਹਿਤ ਪਿਆਰੀ ਮੁਝ ਕੋ ਸਿੱਖ ਪਿਆਰਾ ਨਹੀਂ, ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਹੁਕਮ ਆ। ਕਲੀਅਰ ਕੱਟ ਉਹਨਾਂ ਨੇ ਰਹਿਤਨਾਮੇ ਦੇ ਵਿੱਚ ਦੱਸਿਆ ਹੈ ਕਿ ਮੈਨੂੰ ਰਹਿਤ ਪਿਆਰੀ ਆ, ਜਿਹੜਾ ਸਿੱਖ ਮੇਰਾ ਰਹਿਤ ਦੇ ਵਿੱਚ ਰਹਿੰਦਾ ਉਹ ਮੈਨੂੰ ਪਿਆਰਾ ਆ। ਰਹਿ ਨਹੀਂ ਰਹੇ ਸੋਈ ਸਿੱਖ ਮੇਰਾ, ਉਹ ਸਾਹਿਬ ਮੈਂ ਉਸਕਾ ਚਿਹਰਾ। ਰਹਿਤ ਬਿਨਾ ਨਹਿ ਸਿੱਖ ਕਹਾਵੇ, ਵਿਦਆਊਟ ਰਹਿਤ ਤੁਸੀਂ ਸਿੱਖ ਨਹੀਂ ਕਹਾ ਸਕਦੇ ਆਪਣੇ ਆਪ ਨੂੰ। ਰਹਿਤ ਬਿਨਾ ਦਰ ਚੋਟਾਂ ਖਾਵੇ, ਰਹਿਤ ਤੋਂ ਬਿਨਾ ਤੁਸੀਂ ਦਰ ਦਰ ਧੱਕੇ ਖਾਓਗੇ। ਰਹਿਤ ਬਿਨਾ ਸੁਖ ਕਬੂ ਨਾ ਲੈ, without ਰਹਿਤ you will not find peace।
ਤਾਂ ਤੇ ਰਹਿਤ ਸੋ ਦ੍ਰਿੜ ਕਰ ਰਹੇ। That is why a Sikh is meant to stay in ਰਹਿਤ ਪੱਕੇ ਤੌਰ ਤੇ। He must never falter away from his ਰਹਿਤ। When ਮਾਤਾ ਗੰਗਾ ਜੀ went, ਉਹਨਾਂ ਨੇ ਮਿੱਸੇ ਦੇ ਪ੍ਰਸ਼ਾਦੇ ਤਿਆਰ ਕਰਕੇ, very simple ਤਰ੍ਹਾਂ ਦੇ ਪ੍ਰਸ਼ਾਦੇ ਨਾਲ ਗੰਡਾ ਲੱਸੀ ਦਾ ਡੇਲਾ ਨਾਲ ਲੈ ਕੇ they went to meet ਬਾਬਾ ਬੁੱਢਾ ਜੀ। ਬਾਬਾ ਬੁੱਢਾ ਜੀ ਉੱਥੇ ਬਹਿ ਕੇ ਜਦੋਂ ਲੰਗਰ ਛਕ ਰਹੇ ਸੀ ਤਾਂ ਮਾਤਾ ਜੀ ਨੇ ਉਹਨਾਂ ਨੂੰ ਦੱਸਿਆ ਕਿ ਸਾਨੂੰ ਬੱਚੇ ਦੀ ਦਾਤ ਚਾਹੀਦੀ ਹੈ। ਤਾਂ ਉਸ ਵੇਲੇ ਬਾਬਾ ਬੁੱਢਾ ਜੀ ਨੇ ਅਰਦਾਸ ਕਰਕੇ ਹੱਥ ਦੇ ਵਿੱਚ ਉਹਨਾਂ ਨੇ ਗੰਡਾ ਫੜਿਆ ਹੋਇਆ ਸੀ। they had an onion in their hand ਤੇ ਉਹਨਾਂ ਨੇ ਉਹ ਗੰਡਾ ਇਦਾਂ ਹੱਥ ਦੇ ਵਿੱਚ ਭੰਨਿਆ। ਐਸਾ ਮਾਤਾ ਜੀ ਧੰਨ ਧੰਨ ਸਾਹਿਬ ਸ੍ਰੀ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਦੀ ਕਿਰਪਾ ਹੋਈ ਆ ਤੁਹਾਡੇ ਉੱਤੇ, ਉਸ ਅਕਾਲ ਪੁਰਖ ਦੀ ਕਿਰਪਾ ਹੋਈ ਆ। ਹੁਣ ਤੁਹਾਡੇ ਘਰ ਇੱਕ ਇਹੋ ਜਿਹਾ ਸੂਰਬੀਰ ਯੋਧਾ ਜੰਮੂਗਾ, such a strong warrior ਜਿਹੜਾ ਤੁਹਾਡੇ ਘਰ ਜੰਮੂਗਾ ਜਿਹਨੇ ਜ਼ਾਲਮਾਂ ਦੇ ਸਿਰ ਭੰਨ ਕੇ ਰੱਖ ਦੇਣੇ ਆ, ਜਿਸ ਤਰ੍ਹਾਂ ਮੈਂ ਗੰਡਾ ਭੰਨਿਆ। ਬਾਬਾ ਬੁੱਢਾ ਜੀ ਨੇ ਉੱਥੇ ਦੱਸਿਆ ਮਾਤਾ ਜੀ ਨੂੰ that you will have a son will be born into your family, that kind of son that will smash the heads of those people who terrorize others, those people who cause hate between people, those people who cause such destruction to other people. When Guru Har Gobind Sahib Ji Maharaj was born, Baba Buddha Ji was tasked to be the Ustad of Dhan Dhan Sahib Sri Guru Har Gobind Sahib Ji Maharaj. They taught them Brahm Vidya, they taught them Itihaasak Vidya, they taught them Dunyavi Vidya, they taught them Gurmat Vidya, and they taught them Shastra Vidya. The true first Mahir of Shastra Vidya is Baba Buddha Ji. The true first Ustad of Shastra Vidya is Baba Buddha Ji, because Baba Buddha Ji handed that Gurti down to every single Guru. And then when Guru Har Gobind Sahib Ji was captured in the Gwalior fort, when they were forced to stay prisoner in the Gwalior fort, when a Sikh Sangat found out that Guru Har Gobind Sahib Ji was in the Gwalior fort, fir ki hoya? The Sikhs came towards Baba Buddha Ji and said, Baba Ji, ਕਿਸੇ ਰਾਜੇ ਨੇ, ਕਿਸੇ ਗੁਰੂ ਦੇ ਨਿੰਦਕ ਨੇ ਗੁਰੂ ਸਾਹਿਬ ਨੂੰ ਕੈਦ ਕੀਤਾ ਹੋਇਆ, ਅਸੀਂ ਹੁਣ ਕੀ ਕਰੀਏ, ਸਾਨੂੰ ਕੀ ਹੁਕਮ ਆ? ਉੱਥੇ ਬਾਬਾ ਬਿਧੀ ਚੰਦ ਸਾਹਿਬ ਬੋਲੇ, he said, ਅਸੀਂ ਗੁਰੂ ਸਾਹਿਬ ਨੂੰ ਛੁਡਾ ਕੇ ਲਿਆਉਂਦੇ ਆ। ਬਾਬਾ ਬੁੱਢਾ ਜੀ ਨੇ ਹੱਥ ਬੰਨੇ, ਇੰਨੀ ਨਿਮਰਤਾ ਬਿਰਧ ਉਮਰ ਦੀ ਵਿੱਚ, now that ਉਮਰ is over 100 years old, ਬਿਰਧ ਉਮਰ ਦੀ ਵਿੱਚ ਉਹਨਾਂ ਨੇ ਹੱਥ ਜੋੜੇ ਸੰਗਤਾਂ ਨੂੰ ਤੇ ਉਹਨਾਂ ਨੇ ਕਿਹਾ ਕਿ ਮੇਰਾ ਗੁਰੂ ਇਹਨਾਂ ਕੰਮਾਂ ਵਿੱਚ ਖੁਸ਼ ਨਹੀਂ, ਮੇਰਾ ਗੁਰੂ ਕੋਈ ਚੋਰ ਡਾਕੂ ਨਹੀਂ ਜਿਹਨੂੰ ਛੁਡਾ ਕੇ ਲਿਆਉਣਾ, ਗੁਰੂ ਸਾਹਿਬ ਆਪ ਨਿਕਲਣਗੇ ਉਸ ਗੜੀ ਵਿੱਚੋਂ। ਅਸੀਂ ਸਰ ਅਸੀਂ ਜਾਵਾਂਗੇ ਉੱਥੇ, ਗੁਰਬਾਣੀ ਦਾ ਪਾਠ ਕਰਕੇ ਅਸੀਂ ਜਾਵਾਂਗੇ। And they left their Asthan and they went towards the Gwalior fort, Naam Japde. This is where the Maryada of a Prabhat Feri started. The true Nagar Kirtan. Not the Nagar Kirtans that we have nowadays. ਜਿੱਥੇ ਅਸੀਂ ਲੰਗਰ ਖਾਂਦੇ ਰਹਿੰਦੇ ਆ, ਜਿੱਥੇ ਅਸੀਂ ਪਾਠ ਕਰਨਾ ਨਹੀਂ, ਆਪਸ 'ਚ ਗੱਲਾਂ ਕਰੀ ਜਾਣਾ, ਉਹ ਨਹੀਂ ਨਗਰ ਕੀਰਤਨ ਆ। ਪ੍ਰਭਾਤ ਫੇਰੀਆਂ ਉਹ ਹੁੰਦੀਆਂ ਸੀ ਪੁਰਾਣੇ ਸਮਿਆਂ ਦੇ ਵਿੱਚ, ਅੰਮ੍ਰਿਤ ਵੇਲੇ ਜਾਗ ਕੇ ਪਿੰਡ ਪਿੰਡ ਜਾ ਕੇ ਗੁਰਬਾਣੀ ਦਾ ਸਿਮਰਨ ਕਰਦੇ ਕਰਦੇ ਤੁਸੀਂ ਜਾਣਾ ਸੀਗਾ ਉੱਥੇ, ਫਿਰ ਐਂਡ ਦੇ ਵਿੱਚ ਲੰਗਰ ਹੁੰਦਾ ਸੀ। ਪਰਮਾਤਮਾ ਦਾ ਜਸ ਗਾਉਂਦੇ ਗਾਉਂਦੇ ਤੁਸੀਂ ਆਪ ਆਨੰਦ ਦੇ ਵਿੱਚ ਆਉਣਾ। ਆਨੰਦ ਆਨੰਦ ਸਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ। ਸੱਚਾ ਆਨੰਦ ਉਸ ਗੁਰੂ ਨੂੰ ਪਛਾਣਦੇ ਫੇਰ ਮਿਲਦਾ, ਜਦੋਂ ਉਸ ਪਰਮਾਤਮਾ ਦਾ ਨਾਮ ਜਪਦੇ ਆ ਫੇਰ ਉਹੀ ਆਨੰਦ ਮਿਲਦਾ। When Baba Buddha Ji got to the Gwalior fort, ਤਾਂ ਉੱਥੇ ਸਿੱਖਾਂ ਨੇ ਚਾਰੇ ਪਾਸਿਓਂ ਉਹਨਾਂ ਨੇ ਘੇਰ ਲਿਆ ਸੀਗਾ ਤੇ ਉੱਥੇ ਉੱਚੀ ਉੱਚੀ ਨਾਮ ਸਿਮਰਨ ਕਰਦੇ ਸੀਗੇ। Guru Har Gobind Sahib Ji could hear that, and it was from that event that then led to
the Raja of that Qila, when his health deteriorated and then he was forced to free Guru Har Gobind Sahib Ji Maharaj. That led to that event. Enni kala sigi Baba Buddha ji de vich. Enna vishwas siga ਉਹਨਾਂ ਨੂੰ ਅਕਾਲ ਪੁਰਖ ਤੇ. ਸਾਡੇ ਕੋਲ ਕਿਉਂ ਨਹੀਂ ਅੱਜ ਕੱਲ? ਅਸੀਂ ਕਿਉਂ ਨਹੀਂ ਵਿਸ਼ਵਾਸ ਕਰਦੇ? ਗੁਰੂ ਨੇ ਜਿਹੜੀ ਖੇਡ ਰਚਾਉਣੀ ਆ ਉਹਨਾਂ ਨੇ ਰਚਾਉਣੀ ਹੁੰਦੀ ਆ. ਸਾਡਾ ਫਰਜ਼ ਬਣਦਾ ਕਿ ਅਸੀਂ ਉਸ ਭਾਣੇ ਦੇ ਵਿੱਚ ਰਹੀਏ. ਤੇਰਾ ਕੀ ਆ ਮਿੱਠਾ ਲੱਗੇ ਹਰ ਨਾਮ ਪਦਾਰਥ ਨਾਨਕ ਮੰਗੇ, ਐਵੇਂ ਥੋੜੀ ਗੁਰੂ ਸਾਹਿਬ ਨੇ ਕਿਹਾ. ਲੋੜਿਆ ਪੰਥ ਨੂੰ ਇਸ ਕਰਕੇ ਕਿਹਾ. ਗੁਰੂ ਅਰਜਨ ਸਾਹਿਬ ਨੇ ਜਦੋਂ ਸ਼ਹੀਦੀ ਪਾਈ ਤਾਂ ਉਹਨਾਂ ਨੇ ਪ੍ਰੂਵ ਕਰਕੇ ਦਿਖਾਲਤਾ ਕਿ ਮੇਰੇ ਸਿੱਖਾਂ ਨੂੰ ਇਦਾਂ ਦੇ ਵੀ ਤਸੀਹੇ ਸਹਿਣੇ ਪੈਣੇ ਆ, ਪਰ ਤਾਂ ਵੀ ਉਹਨਾਂ ਨੇ ਰਹਿਤ ਵਿੱਚ ਹੀ ਰਹਿਣਾ. ਉਹਨਾਂ ਨੇ ਤਾਂ ਵੀ ਸਿੱਖੀ ਨਹੀਂ ਛੱਡਣੀ, ਆਪਣੇ ਅਸੂਲ ਨਹੀਂ ਛੱਡਣੇ, ਆਪਣੇ ਹੱਕ ਨਹੀਂ ਛੱਡਣੇ. ਅਸੀਂ ਹੁਣ ਹੱਕ ਵੀ ਛੱਡ ਲਿਆ, ਰਹਿਤ ਵੀ ਛੱਡ ਲਿਆ, ਅਸੂਲ ਵੀ ਛੱਡ ਲਏ, ਅਸੀਂ ਤਖਤ ਵੀ ਛੱਡਤੇ. ਅਸੀਂ ਪਾਤਸ਼ਾਹੀਆਂ ਛੱਡਤੀਆਂ ਸੀ, ਨਿੱਕੇ ਨਿੱਕੇ ਚੌਧਰਾਂ ਕਰਕੇ ਅਸੀਂ ਪਾਤਸ਼ਾਹੀਆਂ ਛੱਡਤੀਆਂ. ਅਸੀਂ ਰਾਜੇ ਹੁੰਦੇ ਸੀ ਕਿਸੇ ਸਮੇਂ ਦੇ, ਤੇ ਹੁਣ ਅਸੀਂ ਭਿਖਾਰੀਆਂ ਤੋਂ ਵੀ ਥੱਲੇ ਹਾਂ. There's a very interesting scene in this film called The Black Prince. It's about Maharaja Dalip Singh. ਤੇ ਉਸ ਫਿਲਮ ਦੇ ਵਿੱਚ ਇੱਕ ਬਹੁਤ ਵਧੀਆ ਸੀਨ ਆ ਜਿੱਥੇ ਇੱਕ ਭਿਖਾਰੀ ਲੰਡਨ ਦੇ ਸੜਕਾਂ ਤੇ ਘੁੰਮ ਰਿਹਾ ਤੇ ਉਹ ਪੈਸੇ ਮੰਗ ਰਿਹਾ ਲੋਕਾਂ ਤੋਂ. And then Maharaja Dalip Singh walks past at the time when they were still the Ghulam of the Gori Sarkar, and they were still, they still had no clue about the fact that they were Raja. And in that scene, ਉਹ ਭਿਖਾਰੀ ਜਦੋਂ ਜਾਂਦਾ ਮੰਗਣ ਨੂੰ ਉਹਨਾਂ ਤੋਂ ਤਾਂ ਉਹਨਾਂ ਨੇ ਉਹਨਾਂ ਦਾ ਮੁਖੜਾ ਪਛਾਣ ਲਿਆ ਸੀ. They recognized his face. And in the film, he says to him that ਇੱਕ ਭਿਖਾਰੀ ਦੂਜੇ ਭਿਖਾਰੀ ਤੋਂ ਮੰਗ ਨਹੀਂ ਸਕਦਾ. He said that one beggar cannot beg another beggar for something else. ਤੇ ਇਹ ਹੁਣ ਹਾਲਤ ਬਣ ਗਈ ਹੈ ਸਾਡੀ ਕੌਮ ਦੀ. ਅਸੀਂ ਭਿਖਾਰੀ ਬਣ ਚੁੱਕੇ ਹਾਂ. ਪਹਿਲਾਂ ਅਸੀਂ ਰਾਜੇ ਮਹਾਰਾਜੇ ਹੁੰਦੇ ਸੀ, ਹੁਣ ਅਸੀਂ ਭਿਖਾਰੀ ਬਣ ਚੁੱਕੇ ਹਾਂ. ਭਿਖਾਰੀ ਗੁਰੂ ਸਾਹਿਬ ਦੇ ਨਹੀਂ ਬਣੇ, ਹੁਣ ਅਸੀਂ ਭਿਖਾਰੀ ਝੂਠੇ ਲੋਕਾਂ ਦੇ ਬਣ ਗਏ ਆ. ਸੱਪਾਂ ਦੇ ਅਸੀਂ ਹੁਣ ਭਿਖਾਰੀ ਬਣ ਗਏ ਹਾਂ. ਪਰ ਜਦੋਂ ਗੁਰੂ ਮਹਾਰਾਜ ਦਾ ਖਾਲਸਾ ਪੰਥ, ਕੁੰਡਲਾ ਸੱਪ ਜਿਹੜਾ ਆ, ਜਦੋਂ ਮਾਰੂਗਾ, ਜਦੋਂ ਜਾਗੂਗਾ, ਫਿਰ ਗੁਰੂ ਸਾਹਿਬ ਦੇ ਬਾਜ ਵਾਂਗੂ ਫਿਰ ਉਹ ਰਾਈਜ਼ ਹੋਊਗਾ. It will rise just like the phoenix did from the ashes. ਪਰ ਇਹ ਹੋਊਗਾ ਤਦ ਜਦੋਂ ਅਸੀਂ ਗੁਰੂ ਨੂੰ ਪਛਾਣ ਲਿਆ. ਅੰਤ ਸਮੇਂ ਬਾਬਾ ਬੁੱਢਾ ਜੀ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦੇ ਨਾਲ, ਬਾਬਾ ਬੁੱਢਾ ਜੀ ਬਿਸਤਰੇ ਤੇ ਲੇਟੇ ਹੋਏ and their final days they could sense that they were going to leave this world. ਉਪਦੇਸ਼ ਦੇ ਰਹੇ ਸਿੱਖਾਂ ਨੂੰ. ਗੁਰੂ ਹਰਗੋਬਿੰਦ ਸਾਹਿਬ ਜੀ ਨੇ ਉਹਨਾਂ ਦਾ ਹੱਥ ਫੜਿਆ ਹੋਇਆ. ਉਸਤਾਦ ਦੇ ਤੌਰ ਤੇ ਉਹ ਮਾਣ ਕਰਦੇ ਸੀ ਉਹਨਾਂ ਤੇ. they respected them. ਗੁਰਸਿੱਖ ਹੋਣ ਦੇ ਨਾਂ ਤੇ ਉਹ ਸਮਝ ਕੇ ਹੋਰ ਰਿਸਪੈਕਟ ਕਰਦੇ ਸੀ ਉਹਨਾਂ ਨੂੰ ਕਿ ਕਿਹੋ ਜਿਹੇ ਸਿੱਖ ਆ. ਬਾਬਾ ਬੁੱਢਾ ਜੀ ਨੇ ਸ਼ੁਰੂ ਕੀਤਾ ਜਪਜੀ ਸਾਹਿਬ ਦਾ ਪਾਠ. ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਪੀ ਸੱਚ ਨਾਨਕ ਹੋਸੀ ਭੀ ਸੱਚ. ਬਾਣੀ ਪੜ੍ਹਦਿਆਂ ਸਾਰੇ ਜਿਹੜੇ ਸਿੱਖ ਸੀਗੇ ਉਸ ਦਰਬਾਰ ਦੇ ਵਿੱਚ, ਉਹ ਵੀ ਹੌਲੀ ਹੌਲੀ ਕਰਕੇ ਬੈਰਾਗ ਦੇ ਵਿੱਚ ਪਾਠ ਕਰ ਰਹੇ ਸੀ ਕਿ ਬਾਬਾ ਬੁੱਢਾ ਜੀ ਨੇ ਇਸ ਦੁਨੀਆ ਛੱਡਣਾ, ਤੇ ਬਾਬਾ ਬੁੱਢਾ ਜੀ ਹਾਲੇ ਵੀ ਖੁਸ਼ੀ ਖੁਸ਼ੀ ਪਾਠ ਕਰ ਰਹੇ ਆ. ਇਹ ਸਾਡੀ ਜਿਹੜੀ ਸਿੱਖੀ ਆ, ਅੰਤ ਸਮੇਂ ਤੱਕ ਬਾਣੀ ਪੜ੍ਹੀ ਜਾਣੀ ਹੈ. ਸ਼ਲੋਕ ਤੇ ਆਇਆ ਸ਼ਲੋਕ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦਿਵਸ ਰਾਤ ਦੋਇ ਦਾਈ ਦਾਇਆ ਖੇਲੇ ਸਗਲ ਜਗਤ ਚੰਗੀਆਂ ਬੁਰੀਆਈਆਂ ਵਾਚੈ ਧਰਮ ਹਦੂਰ ਕਰਮੀ ਆਪੋ ਆਪਣੀ ਕੇ ਨੇ ਰਹਿ ਕੇ ਦੂਰ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ. ਭਾਈ ਮਣੀ ਸਿੰਘ ਜੀ ਲਿਖਦੇ ਆ ਕਿ ਜਦੋਂ ਆਖਰੀ ਪੰਕਤੀ ਤੇ ਆਏ ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਉਦੋਂ ਉਹਨਾਂ ਨੇ ਸਿੱਖਾਂ ਵੱਲ ਦੇਖਿਆ, ਸਿੱਖਾਂ ਵੱਲ ਗੂੰਜ ਕੇ ਉਹਨਾਂ ਨੇ ਬੋਲਿਆ ਕਿ ਤੁਸੀਂ ਇਹ ਗੱਲ ਯਾਦ ਰੱਖਣਾ, ਜਿੰਨੀ ਨਾਮ ਤੇ ਆਇਆ ਗਏ ਮਸਕਤ ਕਾਲ, ਜਿਨ੍ਹਾਂ ਨੇ ਨਾਮ ਤੇ ਆਇਆ
ਉਹਨਾਂ ਦੇ ਸਾਰੇ ਜਿਹੜੇ ਕਸ਼ਟ ਆ ਦੂਰ ਹੋਏ ਆ। ਜਿੰਨੀ ਨਾਮ ਤੇ ਆਇਆ ਗਏ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੀਤੀ ਛੁੱਟੀ ਨਾਲ। ਉਹਨਾਂ ਦੇ ਫਿਰ ਮੁਖ ਜਿਹੜੇ ਆ ਉਹ ਚਮਕਦੇ ਆ। ਜਿਹੜੇ ਗੁਰੂ ਸਾਹਿਬ ਦੀ ਸਿੱਖੀ ਦੇ ਵਿੱਚ ਰਹਿ ਰਹੇ ਆ ਉਹਨਾਂ ਦੇ ਮੁਖ ਫਿਰ ਚਮਕਦੇ ਆ। ਤੇ ਉੱਥੇ ਫਿਰ ਬਾਬਾ ਬੁੱਢਾ ਸਾਹਿਬ ਜੀ ਨੇ ਹੱਥ ਬੰਨੇ, ਫਤਿਹ ਬੁਲਾ ਕੇ ਉਹਨਾਂ ਨੇ ਪ੍ਰਾਣ ਤਿਆਗ ਦਿੱਤੇ। ਬਾਬਾ ਬੁੱਢਾ ਜੀ ਦੇ 2 ਗੁਰਦੁਆਰੇ, ਇੱਕ ਉਹਨਾਂ ਦਾ ਸਮਾਧ ਆ ਜਿੱਥੇ ਉਹਨਾਂ ਦਾ ਸੰਸਕਾਰ ਹੋਇਆ ਸੀ, ਇੱਕ ਉਹ ਅਸਥਾਨ ਆ, ਇੱਕ ਹੋਰ ਅਸਥਾਨ ਆ। ਤੇ ਉਹ ਦੋਨਾਂ ਸਥਾਨਾਂ ਤੇ ਫਿਰ ਇਹਨਾਂ ਦਿਨਾਂ ਦੇ ਵਿੱਚ ਇੱਕ ਜੋੜ ਮੇਲਾ ਲੱਗਦਾ ਹੁੰਦਾ। ਪਰ ਜੋੜ ਮੇਲੇ ਮਨਾਉਂਦੇ ਚਲੋ ਚੰਗੀ ਗੱਲ ਆ, ਪਰ ਸਾਨੂੰ ਸਿੱਖਾਂ ਨੂੰ ਪਹਿਲਾਂ ਇਤਿਹਾਸ ਦਾ ਪਤਾ ਹੋਣਾ ਚਾਹੀਦਾ ਕਿ ਆਖਰ ਕੌਣ ਸੀਗੇ ਇਹੋ ਜਿਹੇ ਸਿੱਖ, ਕਿਹੋ ਜਿਹੀ ਜ਼ਿੰਦਗੀ ਸੀ ਉਹਨਾਂ ਦੀ। ਉਸ ਜ਼ਿੰਦਗੀ ਤੋਂ ਅਸੀਂ ਕੀ ਸਿੱਖ ਸਕਦੇ ਹਾਂ? ਗੁਰੂ ਸਾਹਿਬ ਦੇ ਦਰਬਾਰ ਦੇ ਵਿੱਚ ਅਸੀਂ ਅੱਜ ਕੱਲ੍ਹ ਉਸ ਗੁਰੂ ਦੇ ਦਰਬਾਰ ਨੂੰ ਕੁਛ ਨਹੀਂ ਸਮਝਦੇ। ਅਸੀਂ ਸਮਝਦੇ ਮੱਥਾ ਟੇਕ ਕੇ ਚਲੇ ਜਾਓ, ਲੰਗਰ ਹਾਲ 'ਚ ਬਹਿ ਜਾਓ ਫਿਰ ਘੰਟਾ, ਪਰ ਉੱਥੇ ਬਹਿਓ, ਖਾਓ, ਚਲੋ ਘਰ ਨੂੰ। ਸੰਡੇ ਨੂੰ ਆਓ, ਜਿੱਦਾਂ ਅਸੀਂ ਗੋਰੇ ਹਾਂ, like as if we're Christians that we come to church on Sunday, ਸੰਡੇ ਨੂੰ ਗੁਰਦੁਆਰੇ ਜਾਓ। ਇਹੋ ਜਿਹਾ ਹਾਲ ਬਣ ਗਿਆ ਸਾਡਾ। ਉਹ ਗੁਰੂ ਦਾ ਦਰਬਾਰ ਐਵੇਂ ਥੋੜ੍ਹੀ ਆ। ਇਸ ਦਰਬਾਰ ਦੇ ਵਿੱਚ ਜਿਹੜੇ ਸੇਵਾ ਕਰਨ ਵਾਲੇ ਆ ਉਹਨਾਂ ਦਾ ਦੇਖੋ। ਇਸ ਦਰਬਾਰ ਦੇ ਵਿੱਚ ਜਿਹੜਾ ਸਿੱਖ 16 ਘੰਟੇ ਤੋਂ ਵੱਧ ਭਾਂਡਿਆਂ ਦੀ ਸੇਵਾ ਕਰਦਾ ਹੁੰਦਾ ਸੀ। ਭਾਈ ਮਨੀ ਸਿੰਘ ਜੀ 16 ਘੰਟਿਆਂ ਤੋਂ ਵੱਧ ਰੋਜ਼ ਉਹ ਭਾਂਡਿਆਂ ਦੀ ਸੇਵਾ ਕਰਦੇ ਸੀ। ਰੋਜ਼ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦੀ ਸੇਵਾ ਕਰਨੀ ਸੀ। ਉਹ ਸਿੱਖ ਬੰਦ ਕਟਵਾ ਕੇ ਦਿਖਾਲਦਾ ਤੇ ਦੁਨੀਆ ਤੇ ਮਿਸਾਲ ਬਣ ਚੁੱਕੀ ਆ। ਇਸ ਦਰਬਾਰ ਦੇ ਵਿੱਚ ਜਿਹੜਾ ਸਿੱਖ ਘੋੜਿਆਂ ਦੀ ਲਿੱਦ ਚੁੱਕਦਾ ਹੁੰਦਾ ਸੀ, ਜਿਹੜਾ ਸਿੱਖ ਸੰਗਤਾਂ ਦੇ ਵਿੱਚ ਪੱਖਾ ਚਲਾਉਂਦਾ ਸੀਗਾ, ਉਹ ਸਿੱਖ ਨਵਾਬ ਬਣਿਆ। ਨਵਾਬ ਕਪੂਰ ਸਿੰਘ ਵਰਗੇ ਸਿੱਖ ਬੁੱਢਾ ਦਲ ਦੇ ਜਥੇਦਾਰ ਬਣੇ। ਸਹੀ ਬੁੱਢਾ ਦਲ ਦੇ ਜਥੇਦਾਰ ਬਣੇ। ਉਹਨਾਂ ਵਰਗੇ ਜਥੇਦਾਰ ਕੋਈ ਨਹੀਂ ਹੋ ਸਕਦਾ। ਇਸ ਦਰਬਾਰ ਦੇ ਵਿੱਚ ਅਮਰੂ ਥਾਵੇਂ ਨੂੰ, ਜਿਹਦਾ ਕੋਈ ਥਾਂ ਟਿਕਾਣਾ ਨਹੀਂ ਸੀਗਾ, ਕਿਸੇ ਨੂੰ ਪਤਾ ਨਹੀਂ ਸੀਗਾ ਕੌਣ ਆ, ਨਾ ਕੋਈ ਘਰ, ਨਾ ਕੋਈ ਪੈਸਾ, ਨਾ ਕੁਛ ਹੋਰ। ਉਸ ਅਮਰੂ ਥਾਵੇਂ ਨੂੰ ਵੀ ਗੁਰੂ ਪਦਮੀ ਦੀ ਬਖਸ਼ਿਸ਼ ਮਿਲੀ ਆ। ਤੇ ਉਹ ਅਮਰੂ ਥਾਵਾਂ ਫਿਰ ਬਣਿਆ ਗੁਰੂ ਅਮਰਦਾਸ ਜੀ। ਇਹ ਆ ਸਾਡੇ ਗੁਰੂ ਸਾਹਿਬ ਦੀ ਦਰਬਾਰ ਦੀ ਵਡਿਆਈ। ਇਹ ਐਵੇਂ ਕੋਈ ਦਰਬਾਰ ਨਹੀਂ ਆ। ਜਿਹੜੇ ਇਹਦੇ ਸੇਵਕ ਆ ਉਹ ਬਾਬਾ ਬੁੱਢਾ ਜੀ ਵਰਗੇ ਬਣਦੇ ਆ, ਫਿਰ ਉਹ ਤਾਬਿਆਂ ਤੇ ਬਹਿ ਕੇ ਉਹ ਫਿਰ ਗੁਰੂ ਸਾਹਿਬ ਦਾ ਪਾਠ ਕਰਦੇ ਆ। ਇਹ ਤਾਬਿਆ ਬਾਬਾ ਬੁੱਢਾ ਸਾਹਿਬ ਦੇ ਅਸਥਾਨ ਆ। ਇਹ ਐਵੇਂ ਨਹੀਂ ਆ। ਬਿਨਾਂ ਸੰਥਿਆ ਤੋਂ, ਬਿਨਾਂ ਸਤਕਾਰ ਤੋਂ ਤੁਸੀਂ ਬਹਿ ਨਹੀਂ ਸਕਦੇ ਇੱਥੇ। ਇਹ ਇੰਨੀ ਉੱਚੀ ਪਦਵੀ ਆ। ਸੰਗਤ ਜੀ, ਅੱਜ ਲੋੜ ਆ ਕਿ ਅਸੀਂ ਬਾਬਾ ਬੁੱਢਾ ਸਾਹਿਬ ਵਰਗੇ ਅਸੀਂ ਸਿੱਖ ਬਣੀਏ। ਅੱਜ ਰੋਜ਼ ਲੋਕੀ ਕਹਿ ਰਹੇ ਆ ਕਿ ਤੁਸੀਂ ਸ਼ਹੀਦਾਂ ਸਿੰਘਾਂ ਵਰਗੇ ਨਹੀਂ ਬਣ ਸਕਦੇ। ਉਹ ਸਮਾਂ ਚੱਲ ਗਿਆ। ਉਹ ਸ਼ਹੀਦਾਂ ਸਿੰਘਾਂ ਦਾ ਟਾਈਮ ਸੀਗਾ, ਉਹ ਚੱਲ ਗਿਆ ਸਮਾਂ। ਲੋਕੀ ਕਹਿੰਦੇ ਉਹ ਸਮਾਂ ਨਹੀਂ ਚੱਲਿਆ, ਉਹ ਸਮਾਂ ਦੁਬਾਰਾ ਆ ਰਿਹਾ ਹੈ। ਚਾਰੇ ਪਾਸਿਓਂ ਦੁਸ਼ਮਣਾਂ ਨੇ ਸਾਨੂੰ ਘੇਰ ਲਿਆ ਹੈ। ਉਹ ਸਮਾਂ ਫੇਰ ਦੁਬਾਰਾ ਆਊਗਾ ਜੋ ਸ਼ਹੀਦੀਆਂ ਪਾਉਣ ਦੀ ਲੋੜ ਹੋਵੇਗੀ। ਫਿਰ ਕੌਣ ਖੜੂਗਾ ਕੌਮ ਵਾਸਤੇ? ਕੌਮ ਲਈ ਖੜਦੇ ਉਹ ਜਿਨ੍ਹਾਂ ਨੇ ਬਾਣੀ ਪੜ੍ਹੀ, ਜਿਨ੍ਹਾਂ ਨੇ ਇਤਿਹਾਸ ਪੜ੍ਹਿਆ, ਜਿਨ੍ਹਾਂ ਨੂੰ ਬਾਣੀ ਦਾ ਸਮਝਿਆ, ਜਿਨ੍ਹਾਂ ਨੂੰ ਲੜਨਾ ਆਉਂਦਾ। ਉਹ ਫਿਰ ਖੜਨਗੇ ਤੇ ਉਹ ਵਿਰਲੇ ਆ। ਵਿਰਲੇ ਕਈ ਕੇ ਜਗ ਮੈਂ ਉੱਤਮ ਕਾਢੀ ਹੈ, ਵਿਰਲੇ ਕਈ ਕੇ। ਇਹ ਗੁਰੂ ਸਾਹਿਬ ਦਾ ਦਰਬਾਰ, ਇਹਦੇ ਵਿੱਚ ਤਾਕਤ ਬਹੁਤ ਆ। ਗੁਰੂ ਸਾਹਿਬ ਦੀ ਬਾਣੀ ਦੇ ਵਿੱਚ ਬੇਅੰਤ ਤਾਕਤ ਆ। ਸਾਨੂੰ ਹੋਰ ਕੋਈ ਚੀਜ਼ਾਂ ਦੀ ਲੋੜ ਨਹੀਂ। ਤੁਸੀਂ ਆਪਣੀ ਜ਼ਿੰਦਗੀ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਮਝ ਲਓ। ਤੁਹਾਨੂੰ ਜ਼ਿੰਦਗੀ ਭਰ ਇੰਨਾ ਸਮਾਂ ਨਹੀਂ ਲੱਭਣਾ ਜਿੰਨੇ ਵਿੱਚ ਤੁਸੀਂ ਗੁਰੂ ਗ੍ਰੰਥ ਸਾਹਿਬ ਜੀ, ਪੂਰਾ ਗੁਰੂ ਗ੍ਰੰਥ ਸਾਹਿਬ ਜੀ ਨੂੰ ਤੁਸੀਂ ਸਮਝ ਸਕਦੇ। ਕਿਉਂਕਿ ਗੁਰੂ ਬੇਅੰਤ ਆ, ਸਿੱਖੀ ਬੇਅੰਤ ਆ। ਪਰ ਜਦੋਂ ਤੁਸੀਂ ਇੱਕ ਕਦਮ ਚੁੱਕਦੇ ਆ ਗੁਰੂ ਸਾਹਿਬ ਵੱਲ, ਤਾਂ ਗੁਰੂ ਹਜ਼ਾਰਾਂ ਮੀਲ ਤੁਹਾਡੇ ਸਾਹਮਣੇ ਖੜਾ ਹੋ ਜਾਂਦਾ। ਤੇ ਗੁਰੂ ਤੁਹਾਡੇ ਨਾਲ, ਤੁਹਾਡੇ ਗਾਤਰੇ ਤੇ, ਤੁਹਾਡੇ ਅੰਦਰ, ਲੋਕਾਂ ਦੇ ਵਿੱਚ ਫਿਰ ਤੁਹਾਡੀ ਰਖਵਾਲੀ ਕਰਦਾ। ਸ਼ਬਦ ਗੁਰੂ ਤੁਹਾਡੀ ਰਖਵਾਲੀ ਕਰਦਾ।
ਅਸੀਂ ਸਿੱਖ ਬਣੀਏ ਬਾਬਾ ਬੁੱਢਾ ਸਾਹਿਬ ਵਰਗੇ। ਅਸੀਂ ਗਿਆਨ ਲਈਏ ਗੁਰੂ ਸਾਹਿਬ ਤੋਂ, ਗਿਆਨ ਦੀ ਦਾਤ ਮੰਗੀਏ ਅਸੀਂ ਕਿ ਸਾਨੂੰ ਮਾੜੀ ਮੋਟੀ ਅਕਲ ਆਵੇ। ਅਸੀਂ ਥੱਪੜ ਖਾ ਕੇ ਫੇਰ ਵੀ ਨਹੀਂ ਅਸੀਂ ਸੋਚਦੇ ਕਿ ਸਾਡੇ ਨਾਲ ਕੀ ਹੋਇਆ। ਅਸੀਂ ਕੁੱਟ ਖਾ ਕੇ ਫੇਰ ਵੀ ਨਹੀਂ ਸੋਚਦੇ। ਇਦਾਂ ਹੀ ਸਾਡੀ ਕੌਮ ਮੁੱਕੀ ਜਾਂਦੀ ਹੈ। ਇਦਾਂ ਹੀ ਸਾਡੇ ਜਿਹੜੇ ਜਰਨੈਲ ਆ, ਸਾਡੇ ਜਿਹੜੇ ਵੱਡੇ ਵੱਡੇ ਸਿੱਖ ਸੀਗੇ, ਇਸੇ ਤਰ੍ਹਾਂ ਮੁੱਕੇ ਆ, ਕਿਉਂਕਿ ਅਸੀਂ ਨਹੀਂ ਸਮਝ ਰਹੇ। ਸਾਨੂੰ ਪਹਿਲਾਂ ਸਮਝਣ ਦੀ ਲੋੜ ਆ। ਜੇ ਅਸੀਂ ਸਮਝ ਗਏ ਫਿਰ ਇਹੋ ਜਿਹੇ ਜਿਹੜੇ ਕੰਮ ਆ ਜਿਹੜੇ ਹੁਣ ਇੰਡੀਆ ਦੇ ਵਿੱਚ ਹੋ ਰਹੇ ਆ, ਭਾਵੇਂ ਕਿਸਾਨ ਦਾ ਮੁੱਦਾ ਹੋਵੇ, ਭਾਵੇਂ ਧਰਮ ਯੁੱਧ ਮੋਰਚੇ ਦਾ ਹੋਵੇ, ਇਦਾਂ ਦੇ ਮੁੱਦੇ ਨਹੀਂ ਸੀ ਕਰ ਰਹੇ ਹੋਣੇ, ਕਿਉਂਕਿ ਅਸੀਂ ਆਪਣੇ ਆਪ ਨੂੰ ਨਹੀਂ ਸਮਝਿਆ। ਅਸੀਂ ਗਦਾਰਾਂ ਨੂੰ ਨਹੀਂ ਸਮਝ ਸਕਦੇ। ਅਸੀਂ ਹੋਰ ਲੋਕਾਂ ਨੂੰ ਪੰਥ 'ਚ ਬਾੜੀ ਜਾਂਦੇ ਆ, ਪਰ ਸਾਡੇ ਆਪਣੇ ਪੱਕੇ ਹੈ ਨਹੀਂ। ਪਹਿਲਾਂ ਅਸੀਂ ਪੱਕੇ ਹੋਈਏ, ਪੱਕੇ ਸਿੱਖ ਬਣੀਏ, ਗੁਰੂ ਸਾਹਿਬ ਦੇ ਸਿੱਖ ਬਣੀਏ, ਤਾਂ ਹੀ ਫਿਰ ਅਸੀਂ ਗੁਰੂ ਸਾਹਿਬ ਦੀ ਪਦਵੀ ਨੂੰ ਅੱਗੇ ਤੋਰ ਸਕਦੇ ਹਾਂ। ਅਖੀਰ ਦੇ ਵਿੱਚ ਭੁੱਲਾਂ ਚੁੱਕਾਂ ਦੀ ਖੇਮਾ ਮੰਗਦਾ ਜੀ। ਮੈਂ ਨਾ ਕੋਈ ਵਿਦਵਾਨ ਆ, ਨਾ ਮੈਂ ਕੋਈ ਸਕਾਲਰ ਆ, ਆਮ ਜਿਹੀ ਸਿੱਖ ਆ, ਪਰ ਗੁਰੂ ਸਾਹਿਬ ਨੇ ਚਲੋ ਮਾੜੀ ਮੋਟੀ ਮੱਤ ਜਿਹੜੀ ਬਖਸ਼ੀ ਹੋਈ ਆ, ਉਹਨਾਂ ਨਾਲ ਫਿਰ ਅਸੀਂ ਜਿਹੜੇ ਬਚਨ ਬਲਾਸ ਕਰਦੇ ਹਾਂ ਤੁਹਾਡੇ ਨਾਲ, ਸੰਗਤਾਂ ਨਾਲ ਜ਼ਰੂਰ ਜਿਹੜਾ ਆ ਸਾਂਝ ਪਾਉਣੀ ਚਾਹੀਦੀ ਆ। ਸੰਗਤਾਂ ਨਾਲ ਜ਼ਰੂਰ ਬੋਲਣਾ ਚਾਹੀਦਾ। ਇਹੋ ਜਿਹੇ ਜਿਹੜੇ ਸਾਡੇ ਮੁੱਦੇ ਆ, ਇਹੋ ਜਿਹੇ ਜਿਹੜੇ ਸਾਡਾ ਇਤਿਹਾਸ ਆ, ਸਾਨੂੰ ਜ਼ਰੂਰ ਪੜ੍ਹਨਾ ਚਾਹੀਦਾ। ਪੜ੍ਹ ਕੇ ਸਮਝੋ ਤੇ ਫਿਰ ਜਿਓ। Read, learn, understand and live. That's how we have to live now. Again, please forgive me for any mistakes I've made. ਭੁੱਲਾਂ ਚੁੱਕਾਂ ਦੀ ਖੇਮਾ। ਅਖੀਰ ਦੇ ਵਿੱਚ ਧੰਨ ਧੰਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੀ ਬਖਸ਼ੀ ਹੋਈ ਫਤਿਹ ਬੁਲਾਇਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। बोले